ਅਸੀਂ ਪੜ੍ਹਾਂਗੇ ਬਚਨ ਦੇ ਵਿੱਚੋਂ ਪਹਿਲਾ ਸੈਮੂਅਲ ਉਹਦਾ 1 ਅਧਿਆਇ ਉਹਦੀ 27 ਔਰ 28 ਆਇਤ। ਫਸਟ ਸੈਮੂਅਲ ਓਲਡ ਟੈਸਟਮੈਂਟ ਦੇ ਵਿੱਚ ਉਹਦਾ ਚੈਪਟਰ 1 ਵਰਸ 27 ਐਂਡ 28। ये कौन सा बालक है जी ਜਿਹਦੇ ਲਈ ਮੈਂ ਕੀ ਕੀਤਾ ਸੀ? ਪੰਜਾਬੀ 'ਚ ਹੈ ਸਾਰੇ ਹਿੰਦੀ ਵਾਲੇ? ਹਾਂਜੀ ਹੈਗੀ। ਪੜ੍ਹੋ ਜੀ ਭੈਣ ਜੀ। ਫਿਰ ਕੀ ਲਿਖਿਆ? ਇਹ ਕਿਹੜਾ ਬਾਲਕ ਹੈ? ਇਹ ਉਹੀ ਬਾਲਕ ਹੈ ਜਿਹਦੇ ਲਈ ਮੈਂ ਕੀ ਕੀਤੀ ਸੀ? ਹਾਲੇਲੂਇਆ। ਪੰਜਾਬੀ ਦੇ ਵਿੱਚ ਵੀ ਪੜ੍ਹਾਂਗੇ ਅਸੀਂ। ਪਹਿਲਾ ਸੈਮੂਅਲ 1 ਅਧਿਆਇ ਉਹਦੀ 27 ਔਰ 28 ਆਇਤ। ਹਾਂਜੀ ਉਹਦਾ ਪਹਿਲਾ ਬਾਬ ਉਹਦੀ 27 ਔਰ 28 ਆਇਤ। ਇਸ ਮੁੰਡੇ ਦੇ ਲਈ ਬੇਨਤੀ ਕੀਤੀ ਸੀ, ਸੋ ਯਹੋਵਾ ਨੇ ਮੇਰੀ ਅਰਜ਼ੋਈ ਜੋ ਮੈਂ ਉਸ ਕੋਲੋਂ ਮੰਗੀ ਸੀ ਪੂਰੀ ਕੀਤੀ। ਹਾਂਜੀ ਇਸ ਮੁੰਡੇ ਦੇ ਲਈ ਮੈਂ ਦੁਆ ਕੀਤੀ ਸੀ ਤੇ ਪਰਮੇਸ਼ਵਰ ਨੇ ਮੇਰੀ ਉਸ ਪ੍ਰਾਰਥਨਾ ਨੂੰ ਸੁਣਿਆ, ਮੇਰੀ ਤਮੰਨਾ ਨੂੰ ਉਹਨੇ ਕੀ ਕੀਤਾ? ਪੂਰਾ ਕੀਤਾ। ਹੁਣ ਪੜਾਂਗੇ ਹਿੰਦੀ ਦੇ ਵਿੱਚ। ये वही बालक है। हालेलुया। खास एक चीज़ दे वल वचन इशारा कर रहा है क्योंकि ये कोई आम बालक किन्ने नूं पता सैमुएल नाम का अर्थ की हुंदा? हाँ जी सैमुएल नाम का अर्थ एल का मतलब तो पता ना। सैमू का मतलब मंग के लिया, एल का मतलब खुदा, खुदा तो मंग के लिया जिहदा मतलब हैगा सैमूएल। सो सैमूएल दी माँ ने इस बच्चे नूं खुदा दे कोलों मंग के लिया। वैसे तो दुनिया में ऐसी कोई माँ नहीं है जिन्हें रब दे कोलों अपने बालक मंग के ना लए होण। और इस बच्चे के जीवन के उत्ते जब असीं देखते हैं तो इस बच्चे का फिर नाम भी उसे हिसाब दे नाल ही रखा गया। और खास करके इसराइल दी प्रथा और इसराइल नूं दित्ती गई व्यवस्था के अनुसार जदों असीं देखते हैं कि उन्हां दे विच नाम एवें नहीं सी रखिया जांदा। बाइबल दा कोई भी नाम एवें नहीं रखा गया। हरेक इंसान जिहड़ा पैदा होया ਉਹਦੇ ਪੈਦਾ ਹੋਣ ਦੇ ਕਾਰਨਾਂ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਉਹਨਾਂ ਦਾ ਨਾਮ ਰੱਖਿਆ ਗਿਆ। ਜਿਵੇਂ ਅਸੀਂ ਦੇਖਦੇ ਯਹੂਦਾ ਨਾਮ ਰੱਖਿਆ ਗਿਆ, ਖੁਦਾਵੰ ਖੁਦਾ ਦਾ ਧੰਨਵਾਦ ਹੋਵੇ, ਉਹਦੀ ਪ੍ਰੇਜ਼ ਹੋਵੇ, ਹੈ ਨਾ, ਉਹਨੂੰ ਮਹਿਮਾ ਮਿਲੇ। ਸੋ ਇਸੇ ਤਰ੍ਹਾਂ ਜਦੋਂ ਸੈਮੂਅਲ ਪੈਦਾ ਹੋਇਆ ਤੇ ਸੈਮੂਅਲ ਦਾ ਨਾਮ ਵੀ ਉਹਦੀ ਮਾਂ ਨੇ ਉਹਦੇ ਪੈਦਾ ਹੋਣ ਦੇ ਤਰੀਕੇ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਰੱਖਿਆ ਸੈਮੂਏਲ, यानी कि खुदा दे कोलों मंग के लिया होया। ते हुण जिहड़ी चीज़ असीं खुदा दे कोलों मंग के लई होवे उहदे उत्ते फिर किहदा अधिकार है? हाँ जी जिहड़ी चीज़ किसी कोलों मंग के लई होवे ते उहदे ते किहदा अधिकार है? भला जिन्हें दित्ती आ उहदा उहदे उत्ते की है? भला पूरा पूरा अधिकार है। पर संसार दे विच असीं करदे की आ? मंगदे खुदा दे कोलों आ, लेकिन जदों खुदा नूं उहदी जरूरत हुंदी है फिर खुदा नूं वापस कर दे, खुदा नूं वापस नहीं करते। लेकिन इस औरत दी इसे महानता दे करके ये बाइबल दे विच हीरो बन गई। इनू इस गल दी कदर दा पता सी भी मैं ते एक बांझ औरत सीगी। संसारिक तरीके दे नाल, मैडिकल तरीके दे नाल मैं माँ बनन दे योग नहीं सी और मेरे बांझपन दा करके मैं दुनिया दे विच एक मजाक दा पात्र सी। और अक्सर तुसीं देखिया आ
ਕਿ ਸੰਸਾਰ ਦੀ ਰੀਤੀ ਹੈ ਕਿ ਵੈਸੇ ਹੀ ਬਾਂਝ ਔਰਤ ਨੂੰ ਬੜੀ ਲੋਕ ਘਿਰਨਾ ਦੇ ਨਾਲ ਦੇਖਦੇ ਆ, ਜਦ ਕਿ ਉਹਦੇ 'ਚ ਉਹਦਾ ਕੋਈ ਕਸੂਰ ਨਹੀਂ ਹੁੰਦਾ। ਇਹ ਤੇ ਕੁਦਰਤ ਆ ਖੁਦਾ ਦੀ, ਕਿਹਨੂੰ ਕਦੋਂ ਉਹਨੇ ਇਹ ਮੌਕਾ ਦੇਣਾ ਤੇ ਕਿਹਨੂੰ ਕਦੋਂ, ਤੇ ਕਿਸੇ ਨੂੰ ਨਹੀਂ ਵੀ ਦਿੰਦਾ। ਪਰ ਸੰਸਾਰ ਦੇ ਵਿੱਚ ਲੋਕਾਂ ਦੀ ਧਾਰਨਾ ਇਹ ਬਣ ਜਾਂਦੀ, ਨਹੀਂ ਇਹ ਜਾਂ ਤੇ ਰੱਬ ਦਾ ਖੌਫ ਮੰਨਣ ਵਾਲੀ ਨਹੀਂ, ਜਾਂ ਰੱਬ 'ਚ ਚੱਲਣ ਵਾਲੀ ਨਹੀਂ, ਜਾਂ ਇਹ ਧਰਮੀ ਨਹੀਂ, ਜਾਂ ਇਹਨੇ ਕੋਈ ਨਾ ਕੋਈ ਇੱਦਾਂ ਦਾ ਕਰਮ ਕੀਤਾ ਹੈ ਜਿਹਦਾ ਕਰਕੇ ਖੁਦਾ ਨੇ ਇਹਨੂੰ ਔਲਾਦ ਬਖਸ਼ੀ। ਸੰਸਾਰ ਦੀ ਰੀਤੀ ਹੈ, ਲੇਕਿਨ ਖੁਦਾ ਦੀਆਂ ਕਈ ਯੋਜਨਾਵਾਂ ਹੁੰਦੀਆਂ ਆ। ਉਸੇ ਤਰ੍ਹਾਂ ਇਸ ਔਰਤ ਦੇ ਬਾਰੇ 'ਚ ਅਸੀਂ ਦੇਖਦੇ ਹਾਂ ਕਿ ਇਹ ਵੀ ਬਾਂਝ ਸੀ, ਔਰ ਇਸੇ ਵਜ੍ਹਾ ਕਰਕੇ ਇਹ ਬੜੀ ਪਰੇਸ਼ਾਨ ਰਹਿੰਦੀ ਸੀ। ਔਰ ਇਹਦੀ ਦੂਜੀ ਪਰੇਸ਼ਾਨ ਰਹਿਣ ਦੀ ਵਜ੍ਹਾ ਇਹ ਸੀ ਕਿ ਇਹਦਾ ਜਿਹੜਾ ਪਤੀ ਸੀਗਾ, ਉਹਦੀਆਂ 2 ਪਤਨੀਆਂ ਸੀ। ਦੂਸਰੀ ਪਤਨੀ ਤੋਂ ਬੱਚੇ ਸੀ, ਪਰ ਇਹਦੇ ਤੋਂ ਕੋਈ ਬੱਚਾ, ਪਰ ਪਤੀ ਵੀ ਧਰਮੀ ਸੀ। ਬੇਸ਼ੱਕ ਇਹਦੇ ਔਲਾਦ ਨਹੀਂ ਸੀ, ਦੂਸਰੀ ਪਤਨੀ ਦੇ ਔਲਾਦ ਵੀ ਸੀ, ਪਰ ਪਤੀ ਇਹਨੂੰ ਕਿਸੇ ਵੀ ਤਰ੍ਹਾਂ ਦੋਸ਼ੀ ਨਹੀਂ ਸੀ ਮੰਨਦਾ ਔਰ ਇਹਨੂੰ ਗਲਤ ਵੀ ਨਹੀਂ ਸੀ ਸਮਝਦਾ। ਬਲਕਿ ਵਚਨ ਦੇ ਅਨੁਸਾਰ ਜਦੋਂ ਅਸੀਂ ਦੇਖਦੇ ਹਾਂ ਤੇ ਇਹ ਪਾਉਂਦੇ ਹਾਂ ਕਿ ਇਹਦਾ ਪਤੀ ਉਸ ਬੱਚਿਆਂ ਵਾਲੀ ਔਰਤ ਦੇ ਨਾਲੋਂ ਵੀ ਜ਼ਿਆਦਾ ਪ੍ਰੇਮ ਇਹਨੂੰ ਕਰਦਾ ਸੀ। ਇਹਦਾ ਪਤੀ, ਉਹ ਜਿਸ ਔਰਤ ਨੇ ਉਹਦੇ ਲਈ ਔਲਾਦ ਪੈਦਾ ਕੀਤੀ ਆ, ਉਸ ਔਰਤ ਦੇ ਨਾਲੋਂ ਜ਼ਿਆਦਾ ਇਹਦਾ ਪਤੀ ਇਹਨੂੰ ਪ੍ਰੇਮ ਕਰਦਾ ਸੀ। ਇਹਦਾ ਮਤਲਬ ਇਹ ਹੈ ਵੀ ਇਹ ਧਰਮੀ ਸੀ। ਫਿਰ ਤੇ ਜੇ ਧਰਮੀ ਸੀ ਫਿਰ ਔਲਾਦ ਕਿਉਂ ਨਹੀਂ ਸੀ? ਹਾਂਜੀ, ਪਤੀ ਤੇ ਤਾਂ ਹੀ ਪਿਆਰ ਕਰਦਾ ਹੋਗਾ ਨਾ ਇਹਨੂੰ ਜ਼ਿਆਦਾ, ਕਿ ਦੂਸਰੀ ਔਰਤ ਦੇ ਨਾਲੋਂ ਇਹਦੇ 'ਚ ਗੁਣ ਜ਼ਿਆਦਾ ਹੋਣਗੇ। ਨਹੀਂ ਤੇ ਜੇ ਇਹਦੇ 'ਚ ਗੁਣ ਵੀ ਨਾ ਹੁੰਦੇ ਤੇ ਫਿਰ ਉਹ ਇਹਦੇ ਵੱਲ ਆਕਰਸ਼ਿਤ ਨਾ ਰਹਿੰਦਾ। ਉਹਨੇ ਕਿਹਾ ਵੀ ਆ ਵਚਨ 'ਚ, ਅਸੀਂ ਪੜ੍ਹਦੇ ਹਾਂ ਨਾ, ਤੇ ਉਹਨੇ ਇਸ ਗੱਲ ਨੂੰ ਦੁਹਰਾਇਆ ਵੀ ਹੈ। ਇਹਦਾ ਮਤਲਬ ਇਸ ਔਰਤ ਦੇ ਵਿੱਚ ਖੂਬੀ ਸੀ, ਪਰ ਬਾਵਜੂਦ ਇਹਦੇ ਫਿਰ ਵੀ ਇਹ ਬੇ ਔਲਾਦ ਸੀ। ਔਰ ਇਹਨੂੰ ਅਸੀਂ ਇਸ ਤਰ੍ਹਾਂ ਸਮਝ ਸਕਦੇ ਹਾਂ ਕਿ ਆਪਣੀ ਦੂਸਰੀ, ਕੀ ਆਪਾਂ ਕਹਿੰਦੇ ਸੌਂਤਣ ਕਹਿੰਦੇ ਉਹਨਾਂ ਨੂੰ, ਦੂਜੀ ਨੂੰ, ਜਨਾਨੀ ਨੂੰ, ਹਾਂਜੀ ਹਾਂਜੀ, ਉਹ ਪੰਜਾਬੀ ਵਾਲਾ ਤਾਂ ਸ਼ਬਦ ਭੈੜਾ ਲੱਗਦਾ, ਸੌਂਕਣ, ਸੌਤਨ ਹੀ ਠੀਕ ਹੈ। ਹਾਂਜੀ, ਤੇ ਉਹ ਜਿਹੜੀ ਸੌਤਨ ਸੀਗੀ ਤੇ ਉਹਦੇ ਸਿਸਟਮ ਨੂੰ ਤੇ ਇਹਦੇ ਸਿਸਟਮ ਵੱਲ ਜਦੋਂ ਅਸੀਂ ਧਿਆਨ ਦਿੰਦੇ ਹਾਂ ਤੇ ਫਿਰ ਇਹ ਹੈ ਵੀ ਉਹਦੇ ਤੇ ਔਲਾਦ ਹੋ ਗਈ ਹੈ ਨਾ, ਉਹਦੇ ਅਨੁਸਾਰ ਇਹਦੇ ਵੀ ਅਗਰ ਔਲਾਦ ਹੋ ਜਾਂਦੀ ਟਾਈਮ ਦੇ ਨਾਲ ਹੀ, ਤੇ ਮੇਰੇ ਖਿਆਲ ਦੇ ਨਾਲ ਇਹਨੂੰ ਬਾਈਬਲ ਦੇ ਵਿੱਚ ਐਡ ਵੀ ਕਰਨ ਦੀ ਜ਼ਰੂਰਤ ਨਹੀਂ ਸੀ ਪੈਣੀ। ਹਾਂਜੀ, ਇਹਨੂੰ ਬਾਈਬਲ ਵਿੱਚ ਲਿਆਉਣ ਦੀ ਜ਼ਰੂਰਤ ਨਹੀਂ ਸੀ ਪੈਣੀ, ਕਿਉਂਕਿ ਫਿਰ ਤੇ ਇੱਦਾਂ ਦੇ ਬਹੁਤ ਸਾਰੇ ਲੋਕ ਹੈਗੇ ਆ ਜਿਨ੍ਹਾਂ ਨੇ ਅੱਗੇ ਵੰਸ਼ ਨੂੰ ਵਧਾਇਆ ਤੇ ਉਹਨਾਂ ਦਾ ਨਾਮ ਵਗੈਰਾ ਦਰਜ ਨਹੀਂ ਕੀਤੇ। ਵਚਨ ਦੇ ਅਨੁਸਾਰ ਜਦੋਂ ਅਸੀਂ ਧਿਆਨ ਦਿੰਦੇ ਹਾਂ ਤੇ ਇਹ ਪਾਉਂਦੇ ਹਾਂ ਕਿ ਜਿਹੜੀ ਚੀਜ਼ ਨੂੰ ਬਾਈਬਲ ਦੇ ਵਿੱਚ ਐਡ ਕੀਤਾ ਗਿਆ ਨਾ, ਉਹਦਾ ਕੋਈ ਨਾ ਕੋਈ ਸੰਬੰਧ ਸਾਡੇ ਨਾਲ ਆ। ਬਾਈਬਲ ਦਾ ਹਰੇਕ ਚਰਿੱਤਰ, ਉਹਦੇ ਕੋਲੋਂ ਭਾਵੇਂ ਕੋਈ ਖੂਬੀ ਪਰਮੇਸ਼ਵਰ ਨੇ ਉਹਦੇ ਦੁਆਰਾ ਇਸ ਜਹਾਨ ਦੇ ਵਿੱਚ ਦਿਖਾਈ ਹੋਵੇ ਤੇ ਜਾਂ ਉਹਦੀ ਆਪਣੀ ਕੋਈ ਕਮੀ ਵੀ ਹੋਵੇ, ਪਰ ਜਿਹਨੂੰ ਪਰਮੇਸ਼ਵਰ ਨੇ ਚੁਣਿਆ, ਉਹਦੀ ਖੂਬੀਆਂ ਤੇ ਕਮੀਆਂ ਉਹ ਸਾਡੇ ਲਈ ਇੱਕ ਬਹੁਤ ਵੱਡੀ ਵਜ੍ਹਾ ਆ, ਸਾਡੇ ਲਈ ਉਹਦਾ ਇੱਕ ਬਹੁਤ ਵੱਡਾ ਕਾਰਨ ਆ। ਅਸੀਂ ਦੇਖਦੇ ਹਾਂ, ਬਹੁਤ ਵਾਰੀ ਅਸੀਂ ਸਿੱਖਿਆ ਕਿ ਅਬਰਾਹਮ ਦੀਆਂ ਗਲਤੀਆਂ ਪਰਮੇਸ਼ਵਰ ਚਾਹੁੰਦਾ ਤੇ ਅਬਰਾਹਮ ਨੂੰ ਜਿੰਨਾ ਮੁਹੱਬਤ ਕਰਦਾ ਸੀ, ਉਹਨੂੰ ਗਲਤੀਆਂ ਕਰਨ ਤੋਂ ਪਰਮੇਸ਼ਵਰ ਰੋਕ ਸਕਦਾ ਸੀ, ਪਰ ਉਹਨੂੰ ਰੋਕਿਆ ਨਹੀਂ। ਇਹ ਨਹੀਂ ਵੀ ਗਲਤੀਆਂ ਕਰਵਾਈਆਂ, ਨਾਲੇ ਵੀ ਚੇਤੇ ਰੱਖਣਾ, ਕੱਲ੍ਹ ਨੂੰ ਕਿਤੇ ਇਹ ਨਾ ਕਹਿਣਾ ਵੀ ਇਕਬਾਲ ਜੀ ਤਾਂ ਕਹਿੰਦੇ ਸੀਗੇ ਵੀ ਅਬਰਾਹਮ ਦੇ ਕੋਲ ਉਹਨੇ ਗਲਤੀਆਂ ਕਰਾਈਆਂ। ਜੇ ਉਹ ਗਲਤੀਆਂ ਕਰਵਾਵੇ ਤਾਂ ਫਿਰ ਪਰਮੇਸ਼ਵਰ ਨਹੀਂ, ਕਿਉਂਕਿ ਉਹ ਨਿਆਈ ਹੈ, ਧਰਮੀ ਹੈ, ਇਸ ਕਰਕੇ ਉਹ ਗਲਤੀ ਤੇ ਪਾਪ ਕਰਾਉਣ ਦੇ ਲਈ ਸਾਨੂੰ ਕਦੇ ਉਕਸਾ ਸਕਦਾ ਨਹੀਂ ਹੈ। ਬਲਕਿ ਜਦੋਂ ਅਸੀਂ ਕਿਸੇ ਤਰੀਕੇ ਦੇ ਨਾਲ ਕਿਸੇ ਇੱਧਰ ਉੱਧਰ ਹੋਣ ਦਿੰਦੇ ਹਾਂ ਤੇ ਜੇ ਉਹ ਸਾਨੂੰ ਨਹੀਂ ਰੋਕਦਾ ਤੇ ਉਹਦੇ ਪਿੱਛੇ ਵੀ ਇੱਕ ਬਹੁਤ ਵੱਡਾ ਕਾਰਨ ਹੁੰਦਾ ਹੈ। ਔਰ ਅਸੀਂ ਇਹ ਵੀ ਦੇਖਦੇ ਵਚਨ ਦੇ ਵਿੱਚ, ਕਈਆਂ ਨੂੰ ਉਹਨੇ ਗਲਤੀ ਕਰਨ ਤੋਂ ਰੋਕਿਆ ਵੀ, ਪਰ ਕਈਆਂ ਨੂੰ ਗਲਤੀ ਕਰਨ ਤੋਂ ਨਹੀਂ ਰੋਕਿਆ। ਤੇ ਉਹ ਜਿਹਨਾਂ ਨੂੰ ਨਹੀਂ ਰੋਕਿਆ, ਉਹਨਾਂ ਦੀਆਂ ਗਲਤੀਆਂ ਵੀ ਸਾਡੇ ਲਈ ਬਹੁਤ ਵੱਡਾ ਇੱਕ ਸਬਕ ਆ। ਪਰ ਅਸੀਂ ਕੀ ਉਹਨਾਂ ਨੂੰ ਲਿਆ ਹੈ ਭਲਾ? ਅਸੀਂ ਫਿਰ ਜੇ ਝੂਠ ਬੋਲਦੇ ਹਾਂ ਤੇ ਜਦੋਂ ਕੋਈ ਕਹਿੰਦਾ ਵੀ ਨਹੀਂ ਤੁਸੀਂ ਮਸੀਹ ਹੋ ਕੇ ਤੁਹਾਨੂੰ ਝੂਠ ਨਹੀਂ ਬੋਲਣਾ ਚਾਹੀਦਾ, ਅਸੀਂ ਕਹਿੰਦੇ ਅਬਰਾਹਮ ਨੇ ਬੋਲਿਆ ਸੀ।
ਅਬਰਾਹਮ ਨੇ ਝੂਠ ਬੋਲਿਆ ਸੀ ਤੇ ਪਰਮੇਸ਼ਵਰ ਨੇ ਉਹਨੂੰ ਰੋਕਿਆ ਨਹੀਂ। ਇਹਦਾ ਮਤਲਬ ਇਹ ਨਹੀਂ ਹੈ ਕਿ ਪਰਮੇਸ਼ਵਰ ਸਾਨੂੰ ਝੂਠ ਬੋਲਣ ਦੀ ਇਜਾਜ਼ਤ ਦੇਣ ਡਿਆ ਹੈ, ਪਰ ਅਸੀਂ ਚਲਾ ਕੇ ਸਰ ਕਿ ਅਸੀਂ ਆਪਣੀ ਗਲਤੀ ਤੇ ਪਰਦਾ ਪਾਉਣ ਦੇ ਲਈ ਬਾਈਬਲ 'ਚੋਂ ਪਾਤਰ ਵੀ ਉਹ ਚੱਕਣਾ ਆ ਜਿਹਦੇ ਦੁਆਲੇ ਬਾਈਬਲ ਘੁੰਮਦੀ ਆ, ਜਿਹਨੂੰ 3 ਕੌਮਾਂ ਦਾ ਪਿਤਾ ਖਾਸ ਕਰਕੇ ਵਚਨ ਦੱਸਦਾ ਹੈ, ਲੇਕਿਨ ਲਿਖਿਆ ਤੂੰ ਕੌਮਾਂ ਦਾ ਪਿਤਾ ਸਦਾਵੇਂਗਾ। ਤੇ ਕੋਈ ਵੀ ਕੌਮ ਦੁਨੀਆ ਦੀ ਐਸੀ ਨਹੀਂ ਜਿਹੜੀ ਅਬਰਾਹਮ ਵਿੱਚੋਂ ਨਾ ਨਿਕਲੀ ਹੋਵੇ, ਤੇ ਜੇ ਕੋਈ ਨਹੀਂ ਨਿਕਲੀ ਤੇ ਉਹਨੂੰ ਮਸੀਹ ਯਿਸੂ ਦੇ ਵਸੀਲੇ ਅਬਰਾਹਮ ਦੇ ਵਿੱਚ ਫਿਰ ਇਕੱਠਾ ਕੀਤਾ, ਤਾਂ ਕਿ ਪਰਮੇਸ਼ਰ ਆਪਣੇ ਬੋਲ ਨੂੰ ਕੀ ਕਰੇ ਭਲਾ ਪੂਰਾ ਕਰੇ, ਤੂੰ ਕੌਮਾਂ ਦਾ ਪਿਤਾ ਸਦਾਵੇਂਗਾ। ਤੇ ਮਸੀਹ ਯਿਸੂ ਦੇ ਵਿੱਚ ਹਰੇਕ ਕੌਮ ਨੂੰ ਲਿਆ ਕੇ ਅਬਰਾਹਮ ਦੇ ਨਾਲ ਕੀਤੇ ਹੋਏ ਉਸ ਵਾਅਦੇ ਨੂੰ ਪਰਮੇਸ਼ਰ ਨੇ ਫਿਰ ਪੂਰਾ ਕੀਤਾ। ਤੇ ਇਹੋ ਜਿਹੇ ਸ਼ਖਸ ਨੇ ਅਗਰ ਝੂਠ ਬੋਲਿਆ, ਅਸੀਂ ਜਿਹੜੇ ਮਸੀਹੀ ਲੋਕ ਆ ਸਾਨੂੰ ਵੀ ਅਬਰਾਹਮ ਦੀ ਅੰਸ਼ ਦਾ ਖਿਤਾਬ ਦਿੱਤਾ ਗਿਆ ਹੈ। ਉਹ ਵਚਨ ਜਿਹੜਾ ਅਬਰਾਹਮ ਦੇ ਨਾਲ ਕੀਤਾ ਹੈ ਸਾਡੇ ਵਿੱਚ ਪਰਮੇਸ਼ਰ ਨੇ ਪੂਰਾ ਕੀਤਾ ਮਸੀਹ ਯਿਸੂ ਦੇ ਵਸੀਲੇ ਦੇ ਨਾਲ। ਤੇ ਹੁਣ ਅਸੀਂ ਦੇਖਦੇ ਹਾਂ ਕਿ ਜਿਸ ਸ਼ਖਸ ਦੇ ਲਈ ਪਰਮੇਸ਼ਰ ਏਡੀ ਵੱਡੀ ਯੋਜਨਾ ਆ, ਤੇ ਉਹਦਾ ਝੂਠ ਜਿਹੜਾ ਆ ਉਹ ਸਾਨੂੰ ਝੂਠ ਦੇ ਉੱਤੇ ਚੱਲਣ ਦੀ ਪ੍ਰੇਰਨਾ ਨਹੀਂ ਦਿੰਦਾ, ਬਲਕਿ ਉਹ ਸਾਨੂੰ ਇੱਕ ਸਿੱਖਿਆ ਦਿੰਦਾ ਹੈ ਵੀ ਉਹਨੇ ਝੂਠ ਬੋਲਿਆ ਤੇ ਉਹਦਾ ਪਰਮੇਸ਼ਰ ਨੇ ਹਸ਼ਰ ਕੀ ਕੀਤਾ। ਅਸੀਂ ਕੀ ਸਮਝਦੇ ਭਲਾ ਵੀ ਉਹਨੇ ਝੂਠ ਬੋਲਿਆ ਤੇ ਅਸੀਂ ਵੀ ਝੂਠ ਬੋਲ ਲਈਏ, ਪਰ ਉਹਦਾ ਹਾਲ ਪਰਮੇਸ਼ਰ ਨੇ ਕੀ ਕੀਤਾ ਝੂਠ ਬੋਲਣ ਦੇ। ਤੇ ਜੇ ਤੇ ਫਿਰ ਅਸੀਂ ਵੀ ਆਪਣਾ ਉਹ ਹਾਲ ਕਰਾਉਣਾ ਤੇ ਫਿਰ ਆਪਾਂ ਵੀ ਬੋਲ ਲੈਂਦੇ ਹਾਂ। ਹਾਂਜੀ, ਸਜ਼ਾ ਕੀ ਮਿਲੀ ਭਲਾ ਉਹਨੂੰ? ਝੂਠ ਇੱਕ ਬੋਲਿਆ ਮਿਸਰ ਦੇ ਵਿੱਚ ਦਾਖਲ ਹੋਣ ਦੇ ਲਈ। ਤੁਸੀਂ ਸਿੱਖਿਆ, ਮੈਂ ਜ਼ਿਆਦਾ ਇਹਨੂੰ ਲੰਬਾ ਨਹੀਂ ਲਿਆਉਂਗਾ, ਸਿਰਫ ਟੱਚ ਕਰਾਉਣ ਦੇ ਲਈ, ਕਿਉਂਕਿ ਵਿਸ਼ੇ ਦੇ ਨਾਲ ਆ ਇਸ ਕਰਕੇ ਦੱਸਣਾ ਬਣਦਾ। ਮਿਸਰ ਦੇ ਵਿੱਚ ਦਾਖਲ ਹੋਣ ਦੇ ਲਈ ਕਾਹਦੇ ਲਈ ਦਾਖਲ ਹੋ ਰਹੇ? ਕਿਉਂਕਿ ਕਾਲ ਪੈ ਗਿਆ ਤੇ ਖਾਣ ਨੂੰ ਹੁਣ ਹੈ ਨਹੀਂਗਾ, ਤੇ ਕਿੱਥੇ ਐਂਟਰੀ ਕਰਨੀ ਹੈ? ਮਿਸਰ ਦੇ ਵਿੱਚ, ਕਿਉਂਕਿ ਉੱਥੇ ਖਾਣਾ ਆ। ਤੇ ਉਹਦੇ ਵਿੱਚ ਦਾਖਲ ਹੋਣ ਦੇ ਲਈ ਭੁੱਖ ਦੇ ਮਾਰੇ ਨੇ ਇਹ ਫੈਸਲਾ ਲਿਆ ਵੀ ਅਸੀਂ ਮਿਸਰ ਦੇ ਵਿੱਚ ਜਾਂਦੇ ਹਾਂ, ਤੇ ਪਤਨੀ ਸੋਹਣੀ ਹੈ ਇਸ ਕਰਕੇ ਉਹ ਪਤਨੀ ਦੇ ਨਾਲ ਕੋਈ ਬਦਸਲੂਕੀ ਨਾ ਕਰਨ, ਇਸ ਲਈ ਆਪਾਂ ਉੱਥੇ ਜਾਵਾਂਗੇ। ਤੇ ਆਪਾਂ ਇਹ ਨਹੀਂ ਕਹਿਣਾ ਵੀ ਆਪਾਂ ਪਤੀ ਪਤਨੀ ਇਹ ਨਾ ਹੋਵੇ ਵੀ ਤੂੰ ਸੋਹਣੀ ਹੈ ਤੇ ਤੇਰੇ ਕਾਰਨ ਉਹ ਮੈਨੂੰ ਮਾਰ ਦੇਣ ਤੇ ਤੈਨੂੰ ਰੱਖ ਲੈਣ। ਇਸ ਕਰਕੇ ਆਪਾਂ ਉੱਥੇ ਅੰਦਰ ਜਾ ਕੇ ਕੀ ਕਹਾਂਗੇ ਭਲਾ ਉਹਨੂੰ, ਅਸੀਂ ਕੀ ਹਾਂ? ਤੇ ਅਬਰਾਹਮ ਆਪਣੇ ਵੱਲੋਂ ਇੱਕ ਚੰਗੀ ਯੋਜਨਾ ਬਣਾ ਰਿਹਾ, ਵਧੀਆ, ਪਰ ਉਹਨੂੰ ਇਹ ਨਹੀਂ ਪਤਾ ਵੀ ਕਿੱਡੀ ਵੱਡੀ ਮੁਸੀਬਤ ਪੈਣ ਵਾਲੀ ਹੈ। ਫਰਜ਼ ਕੀ ਬਣਦਾ ਹੈ ਭਲਾ? ਏਲੀਜਾ ਵਾਂਗੂ ਉੱਥੇ ਚੁੱਪ ਕਰਕੇ ਬਹਿੰਦੇ ਤੇ ਖੁਦਾ ਦੇ ਫੈਸਲੇ ਦੀ ਕੀ ਕਰਦੇ ਭਲਾ? ਵੇਟ ਕਰਦੇ। ਪਰ ਇਹਨਾਂ ਨੇ ਜਲਦੀ ਕੀਤੀ। ਇਹਨਾਂ ਨੇ ਕੀ ਕੀਤੀ ਭਲਾ? ਜਲਦੀ ਕੀਤੀ ਵੀ ਨਹੀਂ, ਫਟਾਫਟ ਮਿਸਰ 'ਚ ਜਾਈਏ ਤੇ ਰੋਟੀ ਪਾਣੀ ਖਾਈਏ। ਤੇ ਉਹਦੇ ਲਈ ਫੈਸਲਾ ਕੀ ਲੈ ਲਿਆ? ਆਪਾਂ ਜਾਂਦੇ ਹਾਂ ਤੇ ਅੰਦਰ ਜਾ ਕੇ ਕੀ ਕਵਾਂਗੇ? ਆਪਾਂ ਕੀ ਆ? ਭੈਣ ਭਰਾ ਆ। ਤੇ ਉਹਨਾਂ ਨੇ ਵੀ ਐਜ ਏ ਭੈਣ ਭਰਾ ਸਮਝ ਕੇ ਇਹਨਾਂ ਨੂੰ ਆਪਣੇ ਨਗਰ ਦੇ ਵਿੱਚ ਰੱਖ ਲਿਆ। ਤੇ ਉੱਥੇ ਦੇ ਹੁਕਮਰਾਨ ਤੱਕ ਗੱਲ ਪਹੁੰਚਾਈ ਗਈ ਵੀ ਉਹਦੀ ਪਤਨੀ ਜਿਹੜੀ ਆ ਉਹ ਬਹੁਤ ਸੁੰਦਰ ਆ। ਮਤਲਬ ਅਸੀਂ ਤਾਂ ਸਮਝਾਉਂਦੇ ਕਹਿ ਰਹੇ ਉਹਦੀ ਤਾਂ ਭੈਣ ਹੀ ਆ ਵੀ ਉਹਦੀ ਜਿਹੜੀ ਨਾਲ ਔਰਤ ਆਪਾਂ ਇਹ ਕਹਿ ਲੈਂਦੇ ਹਾਂ ਵੀ ਉਹ ਕੀ ਹੈ ਭਲਾ? ਉਹ ਬਹੁਤ ਸੁੰਦਰ ਆ। ਤੇ ਹੁਣ ਜਦੋਂ ਖਬਰ ਪਹੁੰਚਾਈ ਗਈ ਤੇ ਉਹਨਾਂ ਸਮਿਆਂ ਦੇ ਵਿੱਚ ਹੁਕਮਰਾਨਾਂ ਦੇ ਕੋਲ ਇਹ ਅਧਿਕਾਰ ਹੁੰਦਾ ਸੀ ਵੀ ਉਹ ਜਿਹਦੇ ਨਾਲ ਵੀ ਚਾਹੁਣ, ਅਗਰ ਉਹ ਕਹਿੰਦੇ ਕਿ ਮੈਂ ਇਹਦੇ ਨਾਲ ਸ਼ਾਦੀ ਕਰਨੀ ਹੈ ਜਾਂ ਇਹਨੂੰ ਆਪਣੇ ਨਾਲ ਰੱਖਣਾ, ਤੇ ਫਿਰ ਰੋਕਿਆ ਜਾ ਸਕਦਾ, ਰੋਕਿਆ ਨਹੀਂ ਜਾ ਸਕਦਾ। ਤੇ ਹੁਣ ਹੁਕਮਰਾਨ ਦੇ ਕੋਲ ਪਹੁੰਚਾ ਦਿੱਤੀ ਗੱਲ ਵੀ ਅਬਰਾਹਮ ਦੇ ਨਾਲ ਜਿਹੜੀ ਉਹਦੀ ਭੈਣ ਹੈ ਨਾ, ਹੁਣ ਇੱਦਾਂ ਕਰ ਲੈਂਦੇ ਅਬਰਾਹਮ ਦੇ ਨਾਲ ਜਿਹੜੀ ਉਹਦੀ ਭੈਣ ਆ ਉਹ ਖੂਬਸੂਰਤ ਆ। ਤੇ ਉਹਨੇ ਫਿਰ ਕਿਹਾ ਵੀ ਚਲੋ ਠੀਕ ਆ, ਮੈਂ ਫਿਰ ਉਹਨੂੰ ਆਪਣੇ ਲਈ ਰੱਖ ਲੈਣਾ। ਤੇ ਫਿਰ ਲਿਖਿਆ ਵੀ ਬਚਨ ਦੇ ਵਿੱਚ ਵੀ ਅਬਰਾਹਮ ਨੂੰ ਉਹਦੇ ਨਾਲ ਗੱਲਬਾਤ ਕਰਦੇ ਆ ਜਦੋਂ ਦੇਖਿਆ ਗਿਆ ਤੇ ਪਤਾ ਲੱਗਾ ਵੀ ਇਹ ਭੈਣ ਭਰਾ ਨਹੀਂ। ਇਹ ਕੌਣ ਹੈ ਭਲਾ? ਇਹ ਕੌਣ ਹੈ ਭਲਾ? ਪਤੀ ਪਤਨੀ ਹੈ। ਇਸ ਤੋਂ ਪਹਿਲਾਂ ਹੁਕਮਰਾਨ ਕੋਈ ਉਹਦੇ ਨਾਲ ਬਦਸਲੂਕੀ ਕਰਦਾ ਤੇ ਪਰਮੇਸ਼ਵਰ ਵਿੱਚ ਆ ਗਿਆ। ਹਾਂਜੀ, ਇਸਾਕ ਦੇ ਜੀਵਨ 'ਚ ਅਸੀਂ ਦੇਖਦੇ ਇੱਦਾਂ ਹੀ ਹੋਇਆ। ਉਹਨੇ ਝੂਠ ਬੋਲਿਆ, ਉਹਨੇ ਕਿਹਾ ਮੇਰੀ ਕੀ ਹੈ ਭਲਾ ਇਹ, ਉਹ ਵੀ ਫੜਿਆ ਗਿਆ। ਅਬਰਾਹਮ ਦੇ ਜੀਵਨ ਦੇਖਦੇ ਹਾਂ ਵੀ ਉਹਨੇ ਇਹਨੂੰ ਆਪਣੇ ਕੋਲ ਲਿਆਉਣ ਦਾ ਉਪਰਾਲਾ ਕੀਤਾ, ਪਰ ਪਰਮੇਸ਼ਵਰ ਵਿੱਚ ਆ ਗਿਆ ਤੇ ਪਰਮੇਸ਼ਵਰ ਨੇ ਉਹਨੂੰ ਆ ਕੇ ਕਿਹਾ ਵੀ ਇਹ ਗਲਤੀ ਨਾ ਕਰੀ।
ਉਸ ਔਰਤ ਦੇ ਲਈ ਮੇਰੀ ਯੋਜਨਾ ਆ। ਜੇ ਤੂੰ ਕੋਈ ਉਹਦੇ ਨਾਲ ਬੁਰਾ ਵਿਚਾਰ ਵੀ ਕੀਤਾ ਨਾ ਤੇ ਤੇਰਾ ਕੁੱਲ ਜਿਹੜਾ ਮੈਂ ਨਸ਼ਟ ਕਰ ਦੂੰਗਾ। ਉਹ ਬੰਦੇ ਨੇ ਖੁਦਾ ਦੀ ਆਵਾਜ਼ ਨੂੰ ਸੁਣਿਆ ਤੇ ਉਹਦੇ ਅੰਦਰ ਡਰ ਆਇਆ। ਅਬਰਾਹਮ ਨੂੰ ਬੁਲਾ ਕੇ ਪੁੱਛਦਾ ਵੀ ਤੂੰ ਸਾਡੇ ਨਾਲ ਇਹ ਧੋਖਾ ਕਿਉਂ ਕੀਤਾ? ਤੂੰ ਸਾਡੇ ਨਾਲ ਇਹ ਧੋਖਾ ਕਿਉਂ ਕੀਤਾ? ਤੂੰ ਕਿਉਂ ਨਹੀਂ ਦੱਸਿਆ? ਹੁਣ ਕਹਿੰਦਾ ਇਸ ਤੋਂ ਪਹਿਲਾਂ ਕਿ ਤੂੰ ਤੇ ਤੇਰੀ ਪਤਨੀ ਧਰਮੀ ਆ। ਹੁਣ ਇਹ ਵੀ ਦੇਖੋ, ਹੁਣ ਮਤਲਬ ਉਹ ਨਾਲ ਜਲੀਲ ਵੀ ਕਰ ਰਿਹਾ ਤੇ ਨਾਲ ਦੱਸ ਵੀ ਰਿਹਾ ਵੀ ਮਤਲਬ ਇਹਨਾਂ ਬੰਦਿਆਂ ਦੇ ਨਾਲ ਕੌਣ ਹੈ? ਰੱਬ ਆ, ਕਿਉਂਕਿ ਰੱਬ ਧਰਮੀ ਦੇ ਨਾਲ ਹੀ ਹੈ। ਕਹਿੰਦੇ ਇਸ ਤੋਂ ਪਹਿਲਾਂ ਕਿ ਮੁਸੀਬਤ ਆਵੇ ਹੁਣ ਤੂੰ ਫਟਾਫਟ ਜੋ ਕੁਛ ਤੈਨੂੰ ਚਾਹੀਦਾ ਤੂੰ ਦੱਸ ਤੇ ਫਟਾਫਟ ਭਰਾਵਾ ਸਾਡੇ ਨਗਰ 'ਚੋਂ ਕੀ ਕਰ ਭਲਾ। ਪਰਮੇਸ਼ਵਰ ਵਿੱਚ ਆ ਗਿਆ ਹੈ ਨਾ। ਹੁਣ ਦੱਸੋ ਵੀ ਅਗਰ ਪਰਮੇਸ਼ਵਰ ਵਿੱਚ ਨਾ ਆਉਂਦਾ ਤੇ ਅਬਰਾਹਮ ਦਾ ਝੂਠ ਉਹਦੇ ਲਈ ਕਿੱਡੀ ਵੱਡੀ ਸ਼ਰਮਨਾਕ ਗੱਲ ਬਣਦਾ। ਅਗਰ ਉਹਦੀ ਔਰਤ ਭ੍ਰਿਸ਼ਟ ਹੋ ਜਾਂਦੀ ਤੇ ਅਬਰਾਹਮ ਕਿਸੇ ਨੂੰ ਮੂੰਹ ਦਿਖਾਉਣ ਦੇ ਯੋਗ ਨਾ ਰਹਿੰਦਾ। ਅਗਰ ਉਹਦੀ ਔਰਤ ਭ੍ਰਿਸ਼ਟ ਹੋ ਜਾਂਦੀ ਤੇ ਅੱਜ ਮਸੀਹ ਦਾ ਵੰਸ਼ ਨਾ ਹੁੰਦਾ। ਅਗਰ ਉਹਦੀ ਔਰਤ ਭ੍ਰਿਸ਼ਟ ਹੋ ਜਾਂਦੀ ਤੇ ਪਰਮੇਸ਼ਵਰ ਨੇ ਉਹਨਾਂ ਦੇ ਲਈ ਜਿਹੜੀ ਸਾਰੀ ਯੋਜਨਾ ਤਿਆਰ ਕੀਤੀ ਸੀ ਉਹ ਸਾਰੀ ਦੀ ਸਾਰੀ ਕੀ ਹੋ ਜਾਂਦੀ? ਸਾਨੂੰ ਨਹੀਂ ਪਤਾ ਵੀ ਅਗਰ ਆਦਮ ਗਲਤੀ ਨਾ ਕਰਦਾ ਤੇ ਪਰਮੇਸ਼ਵਰ ਨੇ ਕਿਹੜੀ ਯੋਜਨਾ ਦੇ ਵਿੱਚ ਸਭ ਕੁਝ ਕਰਨਾ ਸੀ, ਸਾਨੂੰ ਨਹੀਂ ਪਤਾ ਹੈ ਨਾ। ਉਸੇ ਤਰ੍ਹਾਂ ਅਬਰਾਹਮ ਦੇ ਬਾਰੇ ਅਗਰ ਉਹ ਭ੍ਰਿਸ਼ਟੋ ਦੀ ਔਰਤ ਹੋ ਜਾਂਦੀ, ਪਰਮੇਸ਼ਵਰ ਤੇ ਸਭ ਕੁਝ ਕਰਨ ਦੀ ਕੁਦਰਤ ਰੱਖਦਾ, ਕੁਝ ਵੀ ਕਰਦਾ, ਪਰ ਉਹਦੇ ਵਿੱਚ ਇਹਨਾਂ ਦੀ ਜਿਹੜੀ ਗਲਤੀ ਹੈ ਕਿੱਡਾ ਵੱਡਾ ਇੱਕ ਖਤਰਨਾਕ ਮੋੜ ਲੈ ਕੇ ਆਉਂਦੀ। ਔਰ ਅਸੀਂ ਦੇਖਦੇ ਹਾਂ ਕਿ ਪਰਮੇਸ਼ਵਰ ਵਿੱਚ ਨਾ ਆਉਂਦਾ ਤੇ ਇਹ ਸਭ ਕੁਝ ਹੋ ਸਕਦਾ ਸੀ, ਪਰ ਪਰਮੇਸ਼ਵਰ ਦੇ ਵਿੱਚ ਆਉਣ ਦੇ ਨਾਲ ਇਹ ਟਲ ਗਿਆ। ਪਰ ਪਰਮੇਸ਼ਵਰ ਨੇ, ਇਹਦਾ ਮਤਲਬ ਇਹ ਨਹੀਂ ਵੀ ਉੱਥੋਂ ਬਚਾ ਲਿਆ, ਤੇ ਪਰਮੇਸ਼ਵਰ ਨੇ ਅਬਰਾਹਮ ਨੂੰ ਸਜ਼ਾ ਨਹੀਂ ਦਿੱਤੀ। ਸਜ਼ਾ ਕੀ ਦਿੱਤੀ? ਇਸੇ ਮਿਸਰ ਦੇ ਵਿੱਚ ਜਿਹਦੇ ਵਿੱਚ ਤੂੰ ਭੁੱਖ ਦੇ ਮਾਰੇ ਰੋਟੀ ਖਾਣ ਨੂੰ ਵੜਿਆ ਸੀ ਨਾ, ਇਸੇ ਮਿਸਰ ਦੇ ਵਿੱਚ ਤੇਰੀ ਸੰਤਾਨ 400 ਸਾਲਾਂ ਤੱਕ ਗੁਲਾਮ ਰਹੂਗੀ। ਬੰਦਾ ਆਪਣੇ ਉੱਤੇ ਸਜ਼ਾ ਤੇ ਸਹਿ ਲੈਂਦਾ ਆ, ਪਰ ਔਲਾਦ ਦੇ ਲਈ ਜਦੋਂ ਇਹੋ ਜਿਹਾ ਫਰਮਾਨ ਨਿਕਲੇ, ਇਹ ਕੀ ਸੀ ਭਲਾ? ਇਹ ਉਹਦੇ ਝੂਠ ਦੀ ਸਜ਼ਾ ਸੀ। ਪਰਮੇਸ਼ਵਰ ਦੇ ਉੱਤੇ ਵਿਸ਼ਵਾਸ ਨਹੀਂ ਕੀਤਾ, ਆਪਣੀ ਬੁੱਧ ਉੱਤੇ ਵਿਸ਼ਵਾਸ ਕੀਤਾ, ਇਸ ਚੀਜ਼ ਦੀ ਇਹ ਸਜ਼ਾ ਸੀ। ਇਸ ਲਈ ਕਦੇ ਵੀ ਇਹ ਨਾ ਕਹੋ ਵੀ ਮੈਂ ਝੂਠ ਬੋਲਿਆ ਤੇ ਮੈਂ ਅਬਰਾਹਮ ਦਾ ਸਹਾਰਾ ਲੈ ਲਵਾਂ ਜਾਂ ਇਸਹਾਕ ਦਾ ਸਹਾਰਾ ਲੈ ਲਵਾਂ। ਇੱਦਾਂ ਦੀ ਗਲਤੀ ਅਸੀਂ ਕਦੇ ਵੀ ਨਾ ਕਰੀਏ ਜੀਵਨ ਦੇ ਵਿੱਚ। ਸੋ ਅੱਗੇ ਵਧਦੇ ਹਾਂ। ਅਸੀਂ ਵਾਪਸ ਉੱਥੇ ਆਉਂਦੇ ਹਾਂ ਕਿ ਅਗਰ ਹੰਨਾ ਨੂੰ ਉਹਦੀ ਸੌਤਨ ਦੇ ਬਰਾਬਰ ਔਲਾਦ ਹੁੰਦੀ ਤੇ ਫਿਰ ਹੰਨਾ ਨਾ ਹੁੰਦੀ। ਅਗਰ ਉਹ ਬਰਾਬਰ ਔਲਾਦ ਮਿਲਦੀ ਤੇ ਫਿਰ ਸੈਮੂਅਲ ਨਬੀ ਵੀ ਸੈਮੂਅਲ ਨਬੀ ਨਾ ਹੁੰਦਾ। ਅਗਰ ਉਹਨੂੰ ਉਹਦੇ ਬਰਾਬਰ ਔਲਾਦ ਮਿਲਦੀ ਤੇ ਫਿਰ ਬਾਈਬਲ ਦੇ ਅਨੁਸਾਰ ਇੱਕ ਪਰਫੈਕਟ ਨਬੀ ਬਣਿਆ ਗਿਆ ਸੈਮੂਅਲ ਨਬੀ। ਹਰ ਨਬੀ ਦੇ ਕੋਲੋਂ ਕੋਈ ਨਾ ਕੋਈ ਗਲਤੀ, ਕੋਈ ਨਾ ਕੋਈ ਮਿਸਟੇਕ ਹੋਈ, ਲੇਕਿਨ ਇੱਕ ਸੈਮੂਅਲ ਐਸਾ ਨਬੀ ਸੀ ਜਿਹਨੇ ਆਪਣੀ ਪੂਰੇ ਜੀਵਨ ਦੇ ਵਿੱਚ ਕੋਈ ਗਲਤੀ ਨਹੀਂ ਕੀਤੀ। ਇਹਨੂੰ ਪਰਫੈਕਟ ਨਬੀ ਕਿਹਾ ਗਿਆ। ਦੇਰ ਆਏ ਤੇ ਦਰੁਸਤ ਆਏ। ਇੱਥੇ ਸਮਾਂ ਦੀ ਗੱਲ ਨਹੀਂ ਕਿ ਕਦੋਂ ਮਿਲਿਆ, ਗੱਲ ਇਹ ਹੈ ਵੀ ਪਰਮੇਸ਼ਵਰ ਦੀ ਯੋਜਨਾ ਦੇ ਵਿੱਚ ਮਿਲਿਆ। ਸੋ ਅਸੀਂ ਕਦੇ ਵੀ ਇਹਨਾਂ ਚੀਜ਼ਾਂ ਦੀ ਚਿੰਤਾ ਨਾ ਕਰੀਏ ਵੀ ਸਾਨੂੰ ਕੀ ਨਹੀਂ ਮਿਲਿਆ, ਹੈ ਨਾ। ਇਸ ਚੀਜ਼ ਦੀ ਕਦੀ ਚਿੰਤਾ ਨਹੀਂ ਕਰਨੀ। ਬਹੁਤ ਵਧੀਆ, ਸਹੀ ਗੱਲ ਆ। ਕੀ ਨਹੀਂ ਮਿਲਿਆ, ਹੈ ਨਾ, ਇਸ ਚੀਜ਼ ਦੀ ਚਿੰਤਾ ਨਹੀਂ ਕਰਨੀ, ਬਲਕਿ ਇਸ ਚੀਜ਼ ਦਾ ਧੰਨਵਾਦ ਕਰਨਾ ਮਿਲਿਆ ਕੀ ਹੈ। ਕਈਆਂ ਨੂੰ ਬੇਟਾ ਨਹੀਂ ਮਿਲਦਾ, ਵਿਚਾਰੇ ਪਰੇਸ਼ਾਨ ਰਹਿੰਦੇ, ਸਾਡੇ ਕਿਤੇ ਇੱਕ ਬੇਟਾ ਹੋ ਜਾਂਦਾ, ਹੈ ਨਾ। ਤੇ ਉਹਨਾਂ ਵੱਲ ਦੇਖੋ ਜਿਹਨਾਂ ਨੂੰ ਬੇਟੀ ਵੀ ਨਹੀਂ ਮਿਲੀ। ਕਿਉਂ ਭਾਈ? ਐਸੇ ਸੰਸਾਰ ਦੇ ਵਿੱਚ ਆ ਜਿਹੜੇ ਕਹਿੰਦੇ ਰੱਬਾ ਚੱਲ ਬੇਟੀ ਦੇ ਦਿੰਦਾ, ਹੈ ਨਾ, ਤੇ ਉਹਨਾਂ ਕੋਲ ਬੇਟੀ ਵੀ ਹੈ ਨਹੀਂ। ਇਹਦਾ ਮਤਲਬ ਸਾਨੂੰ ਧੰਨਵਾਦ ਕਰਨ ਦੀ ਕੀ ਜ਼ਰੂਰਤ ਆ ਫਿਰ? ਵੀ ਤੂੰ ਕਮ ਸੇ ਕਮ ਸਾਨੂੰ ਉਸ ਬਾਂਝ ਦੇ ਸਿਸਟਮ ਤੋਂ ਤੇ ਕੱਢ ਕੇ, ਇੱਕ ਲਾਂਤੀ ਸਿਸਟਮ ਤੋਂ ਤੇ ਕੱਢ ਕੇ ਤੂੰ ਲਿਆਂਦਾ ਨਾ। ਤੇ ਬਾਕੀ ਇਹ ਤੇ ਅਸੀਂ ਸੋਚਦੇ ਹਾਂ ਲੜਕੀ ਆ ਜਾਂ ਲੜਕਾ ਆ। ਪਰਮੇਸ਼ਵਰ ਕਦੇ ਨਹੀਂ ਸੋਚਦਾ। ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਸਾਰੇ ਨਾਰੀ ਹੈ। ਪਰਮੇਸ਼ਵਰ ਦੀ ਨਜ਼ਰ ਵਿੱਚ ਕੀ ਹੈ ਭਲਾ? ਔਰਤ ਹੋਵੇ ਤੇ ਭਾਵੇਂ ਮਰਦ ਹੋਵੇ, ਪਰਮੇਸ਼ਵਰ ਤੇ ਉਸ ਆਤਮਾ ਨੂੰ ਦੇਖਦਾ ਆ ਜਿਹੜਾ ਉਹਨਾਂ ਦੇ ਅੰਦਰ ਰਚਿਆ ਗਿਆ ਆ। ਤੇ ਆਤਮਾ ਨਰ ਆ, ਉਹ ਨਰ ਨਾਰੀ ਨਹੀਂ। ਸਰੀਰ ਦੀ ਬਣਤਰ ਵਿੱਚ ਨਰ ਨਾਰੀ ਆ, ਪਰ ਆਤਮਾ ਦੇ ਵਿੱਚ ਨਰ ਨਾਰੀ, ਆਤਮਾ ਵਿੱਚ ਸਾਰੇ ਨਰ ਇਸ ਹੈ ਕਿ ਪਰਮੇਸ਼ਵਰ ਦੀ ਨਜ਼ਰ ਵਿੱਚ ਨਹੀਂ। ਪਰ ਸਾਡਾ ਸਿਸਟਮ ਹੈ ਨਾ, ਅਸੀਂ ਆਪਣੇ ਸਿਸਟਮ ਨਾਲ ਦੇਖਦੇ ਹਾਂ।
ਸਾਡੇ ਸਿਸਟਮ ਦੇ ਵਿੱਚ ਕੀ ਹੈ ਵੀ ਅਸੀਂ ਖੁਸ਼ੀ ਕਦੋਂ ਮਨਾਉਂਦੇ ਜਦੋਂ ਸਾਡੇ ਮੁੰਡਾ ਹੁੰਦਾ, ਅਸੀਂ ਢੋਲ ਕਦੋਂ ਵਜਾਉਂਦੇ ਜਦੋਂ ਸਾਡੇ ਮੁੰਡਾ ਹੁੰਦਾ, ਅਸੀਂ ਲੱਡੂ ਕਦੋਂ ਬਣਦੇ ਜਦੋਂ ਸਾਡੇ ਮੁੰਡਾ ਹੁੰਦਾ ਹੈ ਨਾ। ਇਹ ਕਿਉਂ? ਭਲਾ ਸਾਡੇ ਪ੍ਰਥਾ ਚੱਲੀ ਹੋਈ ਹੈ। ਇਹਦੇ ਉਲਟ ਤੁਸੀਂ ਮੁਸਲਮਾਨਾਂ ਦੇ ਵਿੱਚ ਜਾਓ ਤੇ ਮੁਸਲਮਾਨਾਂ ਵਿੱਚ ਧੀ ਦੇ ਜੰਮਣ ਦੇ ਉੱਤੇ ਖੁਸ਼ੀ ਕੀਤੀ ਜਾਂਦੀ। ਤੇ ਹੁਣ ਕੀ ਕਹੀਏ ਵੀ ਅਸੀਂ ਗਲਤ ਹਾਂ ਜਾਂ ਉਹ ਗਲਤ ਆ? ਕਾਰਨ ਕੀ? ਇੱਕ ਸੋਚ ਸਾਡੀ ਬਣ ਗਈ ਹੋਈ ਹੈ ਲੜਕੇ ਦੀ ਤੇ ਲੜਕੀ ਦੀ। ਉਹਨਾਂ ਨੂੰ ਲੜਕੀ ਪੈਦਾ ਹੋਣ ਦੇ 'ਚ ਫਾਇਦਾ ਤੇ ਸਾਨੂੰ ਲੜਕਾ ਹੋਣ ਦੇ 'ਚ ਫਾਇਦਾ। ਤੇ ਸਾਡਾ ਸਵਾਰਥ ਛੁਪਿਆ ਹੈ ਇਸ ਚੀਜ਼ ਦੇ ਵਿੱਚ। ਸਾਨੂੰ ਇੱਕ ਵਾਰਿਸ ਚਾਹੀਦਾ। ਕੀ ਚਾਹੀਦਾ ਭਲਾ? ਸਾਨੂੰ ਵਾਰਿਸ ਚਾਹੀਦਾ ਜਿਹੜਾ ਸਾਡਾ ਜੋ ਕੁਛ ਅਸੀਂ ਪਾਪ ਪੂਪ ਦੇ ਨਾਲ ਕਮਾਇਆ ਨਾ ਉਹਨੂੰ ਸਾਂਭਣ ਵਾਲਾ ਇੱਕ ਚਾਹੀਦਾ, ਜਿਹੜਾ ਠੱਗੀਆਂ ਠੁੱਗੀਆਂ ਮਾਰ ਮੂਰ ਕੇ ਇੱਧਰ ਲੁੱਟ ਖੁੱਟ ਕਰਕੇ ਜਿਹੜਾ ਅਸੀਂ ਇਕੱਠਾ ਕੀਤਾ ਉਹਨੂੰ ਸਾਂਭ ਲਈ। ਕੀ ਚਾਹੀਦਾ ਭਲਾ? ਸਾਨੂੰ ਇੱਕ ਵਾਰਿਸ ਚਾਹੀਦਾ। ਉਹ ਸਾਨੂੰ ਨਹੀਂ ਪਤਾ ਹੁੰਦਾ ਜਿਹੜਾ ਵਾਰਿਸ ਆਉਣਾ ਆ ਉਹ ਭਾਵੇਂ ਔਰੰਗਜ਼ੇਬ ਵਰਗਾ ਹੀ ਹੋਵੇ। ਉਹਨੇ ਮੰਗਿਆ ਹਾਂਜੀ। ਔਰੰਗਜ਼ੇਬ ਦੇ ਬਾਪ ਨੇ ਵੀ ਤੇ ਰੱਬ ਦੇ ਕੋਲ ਮੰਗ ਕੇ ਕਿਹਾ ਸੀ ਨਾ ਵੀ ਮੈਨੂੰ ਤਖਤ ਤੇ ਬੈਠਣ ਵਾਲਾ ਇੱਕ ਚਾਹੀਦਾ। ਉਹਨੇ ਮੰਗਿਆ ਹੋਣਾ ਤੇ ਉਹ ਜਿਹੜਾ ਤਖਤ ਤੇ ਬੈਠਣ ਲਈ ਮੰਗਿਆ ਤੇ ਉਹਨੇ ਕੀ ਕੀਤਾ ਫਿਰ? ਉਹਨੇ ਚੱਕ ਕੇ ਸਭ ਤੋਂ ਖਾਸ ਥਾਂ ਦੇ ਉੱਤੇ ਉਹਨੂੰ ਕੈਦਖਾਨੇ 'ਚ ਪਾਇਆ ਤੇ ਕਹਿੰਦਾ ਤਾਜ ਮਹਿਲ ਦੇਖਣ ਦਾ ਤੈਨੂੰ ਜੇ ਸ਼ੌਂਕ ਹੈ ਨਾ ਤਾਂ ਉੱਥੋਂ ਦੀ ਇੱਕ ਖਿੜਕੀ ਬਣਾ ਦਿੱਤੀ, ਕਹਿੰਦਾ ਇੱਥੋਂ ਦੇਖਿਆ ਕਰੀ। ਕੀ ਮੰਗਿਆ ਭਲਾ? ਵਾਰਿਸ। ਹੁਣ ਤੇ ਵਾਰਿਸ ਨੇ ਆਹ ਹਾਲਤ ਕਰ ਦਿੱਤੀ ਪਿਓ ਦੀ, ਕਿਉਂ ਕਹਿੰਦਾ ਤੈਨੂੰ ਰਾਜ ਨਹੀਂ ਕਰਨਾ ਦਾ। ਪਿਓ ਨੂੰ ਕੈਦਖਾਨੇ ਵਿੱਚ ਪਾਇਆ ਤੇ ਕੈਦਖਾਨੇ 'ਚ ਰੱਖਿਆ ਤੇ ਆਪਣੀ ਮਨ ਮਰਜ਼ੀ ਦਾ ਫਿਰ ਆਪਣੇ ਭਰਾ ਭੂ ਸਾਰੇ ਉਹਨੇ ਰੇੜ ਦਿੱਤੇ। ਤੁਸੀਂ ਇਤਿਹਾਸ ਜਾਣਦੇ ਜਿਹੜੇ ਪੜ੍ਹੇ ਲਿਖੇ ਬੰਦੇ ਹਨ। ਸੋ ਮੁੱਖ ਦੀ ਗੱਲ ਅਸੀਂ ਉਸੇ ਥਾਂ 'ਤੇ ਆਉਂਦੇ ਹਾਂ ਵੀ ਪਰਮੇਸ਼ਵਰ ਦੀ ਯੋਜਨਾ ਨੂੰ ਅਸੀਂ ਸਮਝਣਾ ਆ। ਆਪਣੀ ਯੋਜਨਾ ਨਹੀਂ ਰੱਖਣੀ ਪਰਮੇਸ਼ਵਰ ਅੱਗੇ। ਯਰਮਾਇਆ ਨਬੀ ਦੀ ਕਿਤਾਬ 'ਚ ਲਿਖਿਆ ਆ ਪਰਮੇਸ਼ਵਰ ਦੀਆਂ ਸਾਰੀਆਂ ਯੋਜਨਾ ਸਾਡੇ ਭਲੇ ਦੇ ਲਈ ਆ। ਉਹ ਸਾਨੂੰ ਕਿਹੜੇ ਵਕਤ ਕਿਹੜੀ ਚੀਜ਼ ਤੋਹਫੇ 'ਚ ਦਿੰਦਾ ਆ, ਉਹ ਉਹਦੀ ਯੋਜਨਾ ਆ। ਅਸੀਂ ਉਹਦੀ ਯੋਜਨਾ ਦੇ ਵਿੱਚ ਬਣ ਕੇ ਤੇ ਉਹਦੇ ਪ੍ਰਸਤਿਸ਼ ਕਰਦੇ ਹੋਏ ਹਰ ਉਹਦੀ ਯੋਜਨਾ ਨੂੰ ਸਿਰ ਮੱਥੇ ਲੈਣਾ ਆ। ਕਦੇ ਵੀ ਉਹਦੀ ਕਿਸੇ ਵੀ ਦਿੱਤੀ ਹੋਈ ਚੀਜ਼ ਨੂੰ ਦੇਖ ਕੇ ਮੂੰਹ ਭੈੜਾ ਜਾਂ ਨਹੀਂ ਬਣਾਉਣਾ। ਮੈਨੂੰ ਯਾਦ ਹੈ ਸਾਡੀ ਭੈਣ ਦੇ ਕੁੜੀਆਂ ਹੋਈਆਂ, ਜਦੋਂ ਤੀਜੀ ਕੁੜੀ ਹੋਈ ਨਾ ਉਹ ਜਿਹੜਾ ਸੋੜੇ ਸਿਆਪਾ ਕੀਤਾ ਉਹਦੇ ਸਹੁਰਿਆਂ ਵੱਲੋਂ, ਹਾਏ ਇਹ ਪੈਦਾ ਕਿੱਦਾਂ ਹੋ ਗਈ। ਉਹ ਕੁੜੀ ਅਮਰੀਕਾ ਬੈਠੀ ਆ। ਕਿਉਂ? ਜਿਹਦੇ ਉੱਤੇ ਜ਼ਿਆਦਾ ਕਲੇਸ਼ ਪਾਇਆ ਉਹ ਕਿੱਥੇ ਬੈਠੀ ਭਲਾ? ਉਹ ਅਮਰੀਕਾ ਬੈਠੀ ਹੈ। ਮਤਲਬ ਕੀ ਸੀਗਾ ਵੀ ਤੀਜੀ ਕੁੜੀ ਕਾਹਦੇ ਲਈ ਹੋ ਗਈ? ਬੜਾ ਉਹਨਾਂ ਨੇ ਕੀਤਾ ਤੇ ਮੈਂ ਉਹਦੇ ਦੇਖਦਾ ਮੈਂ ਕਿਹਾ ਵੀ ਇਹ ਹੋ ਕੀ ਆ? ਮਸਲਾ ਕੀ ਬਣਿਆ ਵੀ ਕੁੜੀ ਹੋ ਗਈ ਆ? ਤੁਸੀਂ ਸ਼ੁਕਰ ਕਰੋ ਰੱਬ ਦਾ, ਤੁਹਾਨੂੰ ਰੱਬ ਨੇ ਇੱਕ ਜੀ ਹੋਰ ਤੁਹਾਡਾ ਵਧਾ ਦਿੱਤਾ ਆ। ਇਹਦੇ ਉਲਟ ਜਦੋਂ ਫਿਰ ਮੇਰੇ ਘਰ ਖੁਸ਼ੀ ਪੈਦਾ ਹੋਈ ਨਾ ਤੇ ਇਹਦਾ ਨਾਂ ਵੀ ਇਸੇ ਕਰਕੇ ਖੁਸ਼ੀ ਰੱਖਿਆ ਸੀ। ਤੇ ਇਹਦੀ ਖੁਸ਼ੀ ਉੱਦਾਂ ਹੀ ਕੀਤੀ ਗਈ ਸੀ ਜਿੱਦਾਂ ਮੁੰਡਿਆਂ ਦੀ ਕਰੀ ਦੀ ਹੈ। ਪਹਿਲੀ ਕੁੜੀ ਦੀ ਵੀ ਖੁਸ਼ੀ ਅਸੀਂ ਇੱਦਾਂ ਹੀ ਕੀਤੀ ਸੀ ਤੇ ਐਂਡ ਵਾਲੀ ਕੁੜੀ ਦੀ ਖੁਸ਼ੀ ਵੀ ਇੱਦਾਂ ਕਿ ਲੋਕੀ ਕਈ ਕਹਿੰਦੇ ਹਾਂ ਇਹ ਕੁੜੀ ਹੋਏ ਦੇ ਉੱਤੇ ਆਹ ਕੁਛ ਕਰਦੇ ਪਏ ਆ। ਫਿਰ ਲੋਕੀ ਉਲਟੇ ਪਾਸੇ ਚੱਲ ਪੈਂਦੇ ਵੀ ਕੁੜੀ ਦੇ ਵਾਸਤੇ ਇਹੋ ਜਿਹਾ ਸਿਸਟਮ ਕਾਹਦੇ ਲਈ ਆ? ਉਹ ਖੁਦਾ ਨੇ ਤੁਹਾਨੂੰ ਇੱਕ ਗਿਫਟ ਦਿੱਤਾ ਆ। ਵਚਨ 'ਚ ਕੀ ਲਿਖਿਆ? ਬੱਚੇ ਯਹੋਵਾ ਵੱਲੋਂ ਕੀ ਆ? ਮਿਰਾਸ ਆ। ਤੇ ਜਿਹੜੀ ਚੀਜ਼ ਪਰਮੇਸ਼ਵਰ ਵੱਲੋਂ ਸਾਨੂੰ ਮਿਲੀ ਹੋਵੇ ਉਹਨੂੰ ਅਸੀਂ ਦੁਖੀ ਹੋ ਕੇ ਗ੍ਰਹਿਣ ਕਰੀਏ ਤੇ ਪਰਮੇਸ਼ਵਰ ਦੀ ਲਾਨਤ ਆਵੇਗੀ ਕਿ ਨਹੀਂ? ਇਹ ਫਰਕ ਨੂੰ ਅਸੀਂ ਮਿਟਾਉਣਾ ਹੈ ਜੇ ਵਾਕਿਆ ਅਸੀਂ ਵਚਨ ਨੂੰ ਫਾਲੋ ਕਰਦੇ ਹਾਂ। ਤੇ ਜੇ ਅਸੀਂ ਵਚਨ ਨੂੰ ਮੰਨਦੇ ਹੋਏ ਇਹਨਾਂ ਚੀਜ਼ਾਂ ਵਿੱਚ ਅਸੀਂ ਵੀ ਫਸੇ ਹੋਏ ਹਾਂ ਤੇ ਫਿਰ ਅਸੀਂ ਸੰਸਾਰ ਦੇ ਲੋਕਾਂ ਤੋਂ ਫਿਰ ਅਲੱਗ ਨਹੀਂ ਗਏ। ਫਿਰ ਅਸੀਂ ਉੱਦਾਂ ਦੇ ਹੀ ਹਾਂ। ਫਿਰ ਜੋ ਉਹ ਲੋਕ ਕਰਦੇ ਆ ਫਿਰ ਅਸੀਂ ਵੀ ਕੀ ਕਰਦੇ ਭਲਾ? ਉਹੀ ਕਰ ਰਹੇ ਹਾਂ। ਸੋ ਪਰਮੇਸ਼ਵਰ ਸਾਨੂੰ ਲੜਕਾ ਦੇਵੇ ਜਾਂ ਲੜਕੀ ਦੇਵੇ। ਇਸ ਸਾਰੇ ਪਾਸਟਰ ਨੇ ਕਿਹਾ ਕਹਿੰਦੇ ਮੇਰੇ ਕੋਲ ਕਦੀ ਗਲਤੀ ਦੇ ਨਾਲ ਵੀ ਕੋਈ ਇੱਦਾਂ ਦੀ ਦੁਆ ਕਰਾਉਣ ਲਈ ਨਾ ਕਵੇ ਕਿ ਪਾਸਟਰ ਜੀ ਦੁਆ ਕਰੋ ਸਾਡੇ ਲੜਕਾ ਹੋ ਜਾਵੇ। ਉਹ ਕਹਿੰਦੇ ਕਲੀਸਿਆ ਦੇ ਵਿੱਚ ਆਉਣਾ ਹੀ ਬੰਦ ਕਰ ਦੂੰਗਾ ਅਗਰ ਕਦੀ ਕਿਸੇ ਨੇ ਇੱਦਾਂ ਦੀ ਗੱਲ ਕੋਈ ਮੇਰੇ ਮੂਹਰੇ ਲੈ ਕੇ ਆਇਆ। ਗਲਤ ਪ੍ਰਾਰਥਨਾ ਕਰਾਉਣ ਦੇ ਲਈ ਸਾਨੂੰ ਕਦੇ ਵੀ ਤੁਸੀਂ ਕਹਿਣਾ, ਸਾਨੂੰ ਤਾਂ ਇਹ ਕਹੋ ਹਾਂਜੀ ਬੱਚਾ ਆ ਰਿਹਾ ਜੀ ਸੰਸਾਰ ਦੇ ਵਿੱਚ ਤੇ ਇਹਦੀ ਤੰਦਰੁਸਤੀ ਦੇ ਲਈ ਪਰਮੇਸ਼ਵਰ ਦੀ ਯੋਜਨਾ ਨੂੰ ਪੂਰਾ ਹੋਣ ਦੇ ਲਈ ਪ੍ਰਾਰਥਨਾ ਕਰੋ। ਇਸ ਤੋਂ ਅੱਗੇ ਪਿੱਛੇ ਕਦੇ ਇਹ ਨਹੀਂ ਕਹਿਣਾ ਕਿ ਸਾਡੇ ਘਰ ਮੁੰਡਾ ਹੋਵੇ ਜਾਂ ਕੁੜੀ ਹੋਵੇ। ਕਈ ਕੁੜੀਆਂ ਲਈ ਵੀ ਪ੍ਰਾਰਥਨਾ ਕਰਾਉਂਦੇ, ਉਹਨਾਂ ਦੇ 3-4 ਮੁੰਡੇ ਹੋਏ ਤੇ ਬਾਅਦ ਕੁੜੀ ਮੰਗਦੇ ਹੁੰਦੇ ਵੀ ਕੋਈ ਚਾਹੀਦੀ, ਭੈਣ ਵੀ ਚਾਹੀਦੀ ਹੈ ਨਾ। ਹਾਂ, ਉਹ ਕਹਿੰਦੇ ਇੱਦਾਂ ਦਾ ਕੋਈ ਕੰਮ ਨਹੀਂ। ਅਸੀਂ ਤੇ ਇਹ ਪ੍ਰਾਰਥਨਾ ਕਰਾਂਗੇ ਜਿਹੜਾ ਵੀ ਆਵੇ ਉਹ ਖੁਦਾ ਦੀ ਇੱਛਾ ਨੂੰ ਪੂਰਾ ਕਰਨ ਵਾਲਾ
ਹੋਵੇ ਤੇ ਖੁਦਾ ਦੀ ਮਹਿਮਾ ਉਹਦੇ ਨਾਮ ਦੇ ਕਾਰਨ ਹੋਣੀ ਚਾਹੀਦੀ ਨਾ। ਸੋ ਦੇਖਦੇ ਹਾਂ ਕਿ ਇਹ ਉਹੋ ਹੀ ਬੱਚਾ ਆ, ਕਹਿੰਦੀ ਹੈ ਨਾ, ਦੁਬਾਰਾ ਪੜ੍ਹੋ ਉਸ ਆਇਤ ਨੂੰ, बड़ी जबरदस्त तरीके से हिंदी में लिखा उन्होंने। ये वही बालक है जिसके लिए मैंने प्रार्थना ये वही बालक है जिसके लिए मैंने प्रार्थना की थी। ये कादे लिए ये शब्द इनू कहना पिया भला? नंबर 1, इस बच्चे दे लिए परमेश्वर दी की है एक। नंबर 2, इस बच्चे दे पैदा होने दे लिए परमेश्वर ने अपने नबी दे मूँहों एक शब्द कढ़वाया है ना। तो वो शब्द जिहड़ा परमेश्वर ने अपने नबी के मूँह थानी कढ़वाया है, वो शब्द पूरा होया पूरे समय दे उत्ते। इसलिए हुण जदों वापस आउंदी आ उस बच्चे नूं लैके ते ये दसना चाहुंदी आ भी जिहड़ा मेरी गोद च बच्चा ना, ये ओहो ही आ जिहड़ा रब वल्लों मैनूं दिता गया है। हाँ जी, अगे पढ़ांगे हुण, फिर आपां ने फिर सीखते हैं इहदे बारे। ये वही बालक है जिसके लिए मैंने प्रार्थना की थी। हाँ जी। और यहोवा ने मुझे मुंह मांगा वर दिया है। यहोवा ने मुझे की दिया भला? मुंह मांगा। ये वही बालक है ते परमेश्वर ने मैनूं मूँह मंगिया वर दिता। हाँ जी, अगे। इसलिए मैं उसे यहोवा को अर्पण कर देती हूँ। जे हुण परमेश्वर ने मैनूं मूँह मंगिया दिता ते हुण मेरा काम की बनदा भला? की कहंदी भला? जे परमेश्वर ने मैनूं मूँह मंगिया वर दिता है ते फिर मैं भी हुण जिद्दां मेरा परमेश्वर मेरे नाल ਚੱਲਿਆ ना ते ਉਹਨੇ ਮੈਨੂੰ ਦਿੱਤਾ है, ਉਸੇ ਤਰ੍ਹਾਂ ਜਿਹੜਾ परमेश्वर ने ਮੈਨੂੰ ਦਿੱਤਾ है, ਜਿਹੜਾ मैं परमेश्वर को ਮੰਗ ਕੇ ਲਿਆ ਆ, ਹੁਣ ਜਿੱਦਾਂ परमेश्वर ਮੇਰੇ ਨਾਲ ਵਰਤਿਆ ਆ ਤੇ ਇਸੇ ਤਰ੍ਹਾਂ ਹੁਣ ਮੈਂ ਵੀ परमेश्वर ਦੇ ਨਾਲ। ਅਸੀਂ ਕਦੀ ਵਰਤੇ ਇਦਾਂ? ਹਾਂਜੀ, ਅਸੀਂ ਕਦੇ ਦੇਖਦੇ ਨਾ ਉਹ ਗਿਆ ਏਲੀਜਾ ਵਿਧਵਾ ਦੇ ਘਰ, परमेश्वर ਕਹਿੰਦਾ ਉੱਥੇ ਜਾ ਤੇ ਮੈਂ ਠਹਿਰਾਈ ਹੈ ਤੇਰੇ ਵਾਸਤੇ, ਤੇਰੀ ਦੇਖਭਾਲ ਕਰਨ ਵਾਸਤੇ। ਤੇ ਸਾਡੇ ਵਰਗਾ ਮਨ ਅਗਰ ਏਲੀਜਾ ਦਾ ਹੁੰਦਾ ਤਾਂ ਸੋਚਦਾ ਹੋਣਾ ਵੀ ਆਹ ਠੀਕ ਆ, ਕੋਈ ਚੰਗੀ ਠੀਕ ਠਾਕ ਔਰਤ ਹੋਣੀ ਹੈ ਨਾ, ਵੀ ਜਿਹਨੂੰ परमेश्वर ਨੇ ਮੇਰੇ ਲਈ ਠਹਿਰਾਇਆ, ਕੋਈ ਚੰਗੀ ਸਰਮਾਏਦਾਰ ਕੋਈ ਮਾਲਸ਼ਾਲ ਵਾਲੀ ਔਰਤ ਹੋਣੀ ਹੈ ਜਿਹੜੀ ਨਬੀ ਦੀ ਸੇਵਾ ਕਰੂਗੀ। ਤੇ ਏਲੀਜਾ ਜਦੋਂ ਉੱਥੇ ਪਹੁੰਚਦਾ ਤਾਂ ਕੀ ਦੇਖਦਾ ਭਲਾ? ਉਹ ਏਡੀ ਇੱਕ ਨਿਹਾਇਤ ਗਰੀਬ ਔਰਤ ਆ, ਉਹਦੀ ਐਸੀ ਮਾੜੀ ਦਸ਼ਾ ਆ ਕਿ ਉਹ ਵਿਚਾਰੀ ਦੇ ਕੋਲ ਘਰ 'ਚ ਆਪਾਂ ਦੂਜੇ ਵੇਲੇ ਕਹਿ ਰਹੇ ਵੀ ਗੈਸ ਵੀ ਹੈ ਨਹੀਂ, ਨਾ ਕੋਈ ਸਿਲੰਡਰ ਆ ਹੈ ਨਾ, ਨਾ ਕੋਈ ਚੁੱਲ੍ਹਾ, ਤੇ ਕੀ ਕਰਦੀ ਵੀ ਭਲਾ? ਖੈਰ ਉਹਨੇ ਸਮਝ ਹੈ ਨਹੀਂ, ਮੈਂ ਵੈਸੇ ਸਮਝਾਉਣ ਦੇ ਲਈ ਕਹਿ ਰਿਹਾ। ਤੇ ਲੱਕੜਾਂ ਚੁਗ ਰਹੀ, ਤੇ ਕੀ ਕਹਿੰਦੀ ਭਲਾ? ਜਦੋਂ ਏਲੀਜਾ ਨੇ ਉਹਨੂੰ ਦੇਖਿਆ ਤੇ ਕਹਿੰਦਾ ਵੀ ਮੇਰੇ ਲਈ ਥੋੜ੍ਹਾ ਜਿਹਾ ਪੀਣ ਲਈ ਕੀ ਲਿਆ, ਪਾਣੀ ਲੈ ਕੇ ਆ। ਤੇ ਉਹ ਜਦੋਂ ਪਾਣੀ ਲੈਣ ਲਈ ਤੁਰੀ ਤੇ ਕੀ ਕਹਿੰਦਾ? ਕਹਿੰਦਾ ਵੀ ਥੋੜ੍ਹੀ ਬਹੁਤੀ ਰੋਟੀ ਟੁੱਕ ਵੀ ਲੈ ਆਈ। ਤੇ ਉਹਦਾ ਹੁਣ ਜਵਾਬ ਕੀ ਸੀ ਭਲਾ? ਸਾਡੇ ਵਰਗਾ ਹੁੰਦਾ ਤੇ ਪਰਮੇਸ਼ਰ ਦੇਖਣਾ ਹੀ ਆ ਕਿੱਥੇ ਲੈ ਆਇਆ ਹੈਂ। ਕੀ ਕਹਿੰਦੀ ਔਰਤ ਭਲਾ? ਜਿਹਦੇ ਬਾਰੇ ਪਰਮੇਸ਼ਰ ਕਹਿੰਦਾ ਵੀ ਮੈਂ ਤੇਰੇ ਲਈ ਔਰਤ ਠਹਿਰਾਈ ਆ, ਉਹਦੇ ਕੋਲ ਜਾਓ, ਤੇਰੀ ਦੇਖਭਾਲ ਕਰੂਗੀ। ਉਸ ਔਰਤ ਦੀ ਹਾਲਤ ਦੇਖੋ ਕੈਸੀ ਆ। ਉਹਨੂੰ ਕਹਿੰਦਾ ਵੀ ਮੇਰੇ ਕੁਛ ਖਾਣ ਲਈ ਲੈ ਕੇ ਆ, ਤੇ ਕਹਿੰਦੀ ਜਿਉਂਦੇ ਯਹੋਵਾ ਦੀ ਸਹੁੰ ਆ, ਮੇਰੇ ਘਰ ਦੇ ਵਿੱਚ ਇੱਕ ਮੁੱਠੀ ਆਟਾ ਤੇ ਥੋੜਾ ਜਿਹਾ ਤੇਲ ਆ। ਕਹਿੰਦੀ ਲੱਕੜਾਂ ਮੈਂ ਚੁੱਕ ਰਹੀ ਆ ਤੇ ਇਹਦੇ ਨਾਲ ਮੈਂ ਅੱਗ ਬਾਲਣੀ ਆ ਤੇ ਉਸ ਇੱਕ ਮੁੱਠੀ ਆਟੇ ਨੂੰ ਪਕਾਉਣਾ ਆ। ਮੈਂ ਤੇ ਮੇਰੇ ਮੁੰਡੇ ਨੇ ਖਾਣਾ ਆ ਤੇ ਬਾਅਦ ਵਿੱਚ ਅਸੀਂ ਮੌਤ ਦੀ ਇੰਤਜ਼ਾਰ ਕਰਨੀ ਆ, ਕਿਉਂਕਿ ਇਸ ਤੋਂ ਬਾਅਦ ਸਾਡੇ ਕੋਲ ਵੀ ਹੈ ਨਹੀਂ ਤੇ ਅਸੀਂ ਵੀ ਕਾਲ ਵਾਲੇ ਹੀ ਆ। ਫਿਰ ਤੇ ਸਾਰੇ ਸੰਸਾਰ ਦੇ ਉੱਤੇ ਕੀ ਆ? ਕਾਲ ਪਿਆ ਹੈ ਨਾ। ਇਸ ਔਰਤ ਦੇ ਕੋਲ ਆਖਰੀ ਮੁੱਠੀ ਆਟਾ ਬਚਿਆ ਜਿਹਦੇ ਕੋਲ ਖੁਦਾ ਏਲੀਜਾ ਨੂੰ ਲੈ ਕੇ ਆਇਆ। ਤੇ ਕੀ ਕਹਿੰਦਾ ਏਲੀਜਾ? ਕਹਿੰਦਾ ਉਹਨੇ ਕਿਹਾ ਕੀ? ਕਹਿੰਦੀ ਜਿਉਂਦੇ ਯਹੋਵਾ ਦੀ ਸਹੁੰ ਹੈ, ਇੰਨਾ ਕੁਛ ਹੀ ਆ। ਤੇ ਕਹਿੰਦਾ ਫਿਰ ਉਸੇ ਯਹੋਵਾ ਦੀ ਸਹੁੰ ਖਾ ਕੇ ਮੈਂ ਤੈਨੂੰ ਕਹਿੰਦਾ ਪਹਿਲਾਂ ਉਹਦੇ ਵਿੱਚੋਂ ਮੇਰੇ ਲਈ ਪਕਾ ਕੇ ਲੈ ਕੇ। ਕੀ ਕਰ? ਅੱਜ ਸੇਵਕ ਦਾ ਕਹਿਣਾ ਬੜਾ ਭੁੱਖਾ, ਇਹਨੂੰ ਅਸੀਂ ਆਪਣੀ ਕੰਡੀਸ਼ਨ ਦੱਸ ਵੀ ਦਿੱਤੀ, ਫਿਰ ਵੀ ਕਹਿੰਦਾ ਮੇਰੇ ਲਈ ਲੈ ਕੇ ਆਓ। ਲੇਕਿਨ ਹੁਣ ਉਸ ਔਰਤ ਦੀ ਪਰਖਿਆ ਏਲੀਜਾ ਦੇਖਣਾ ਚਾਹੁੰਦਾ, ਇਹ ਉਹੋ ਹੀ ਆ ਜਿਹਦੇ ਕੋਲ ਖੁਦਾ ਮੈਨੂੰ ਲੈ ਕੇ ਆਇਆ, ਜਾਂ ਮੈਂ ਕਿਤੇ ਗਲਤੀ ਦੇ ਨਾਲ ਕਿਸੇ ਗਲਤ ਘਰ ਵਿੱਚ ਤੇ ਨਹੀਂ ਆ ਗਿਆ। ਇਹ ਹੁਣ ਉਸ ਔਰਤ ਦੀ ਪਰਖਿਆ। ਜੇ ਕੋਈ ਉੱਦਾਂ ਦੀ ਹੁੰਦੀ, ਜੇ ਜਾਂ ਇਹ ਸਮਝੀਏ ਵੀ ਜਿਸ ਔਰਤ ਦੇ ਨਿਸ਼ਾਨੀ ਖੁਦਾ ਨੇ ਦਿੱਤੀ, ਅਗਰ ਇਹ ਉਹ ਨਾ ਹੁੰਦੀ ਤੇ ਕਦੇ ਵੀ ਤਿਆਰ ਨਾ ਹੁੰਦੀ ਉਹਨੂੰ ਰੋਟੀ ਪਕਾ ਕੇ ਦੇਣ ਦੇ ਵਾਸਤੇ। ਤੇ ਹੁਣ ਇਹਦੀ ਨਿਸ਼ਾਨੀ ਆ, ਏਲੀਜਾ ਦੇਖਣਾ ਚਾਹੁੰਦਾ ਉਹੋ ਹੀ ਆ। ਕਹਿੰਦਾ ਫਿਰ 'ਚ ਮੇਰੇ ਲਈ ਪਕਾ ਕੇ ਲੈ ਕੇ ਆ। ਤੇ ਉਸੇ ਯਹੋਵਾ ਦੀ ਸਹੁੰ ਖਾ ਕੇ ਮੈਂ ਕਹਿੰਦਾ ਨਾ ਤੇਰੇ ਉਸ ਭਾਂਡੇ ਦੇ ਵਿੱਚੋਂ ਆਟਾ ਮੁੱਕੂਗਾ ਤੇ ਨਾ ਕੁੱਪੀ ਦੇ ਵਿੱਚੋਂ। ਹੁਣ ਇਹਦੇ ਈਮਾਨ ਦੀ ਪਰਖ ਹੋਣੀ ਆ ਵੀ ਨਬੀ ਦੀ ਗੱਲ ਦੇ ਉੱਤੇ ਵਿਸ਼ਵਾਸ ਕਰਦੀ ਵੀ ਆ ਕਿ ਨਹੀਂ। ਤੇ ਉਹਨੇ ਕੀ ਕੀਤਾ ਫਿਰ? ਉਹਨੇ ਉਸੇ ਤਰ੍ਹਾਂ ਹੀ ਕੀਤਾ ਜਿਵੇਂ ਖੁਦਾ ਦੇ ਦਾਸ ਨੇ ਉਹਨੂੰ ਕਿਹਾ। ਹੁਣ ਵਾਪਸ ਫਿਰ ਉੱਥੇ ਉਹਨੇ ਕੀ ਕਹਿੰਦੇ ਭਲਾ? ਕਹਿੰਦੀ ਇਹ ਉਹੀ ਮੁੰਡਾ ਆ
ये वही बालक है जिसके लिए मैंने प्रार्थना ਜਿਹਦੇ ਲਈ ਮੈਂ ਪ੍ਰਾਰਥਨਾ ਕੀਤੀ ਸੀਗੀ ਤੇ ਰੱਬ ਨੇ ਮੈਨੂੰ ਮੂੰਹ ਮੰਗਿਆ ਵਰ ਦਿੱਤਾ ਆ ਤੇ ਹੁਣ ਮੈਂ ਕੀ ਮੰਮੀ ਉਸੇ ਤਰ੍ਹਾਂ ਹੀ। इसलिए मैं भी उसे यहोवा को अर्पण ਇਸ ਲਈ ਮੈਂ ਵੀ ਜਿੱਦਾਂ ਉਹਨੇ ਮੈਨੂੰ ਦਿੱਤਾ ਹੈ ਤੇ ਇਸੇ ਤਰ੍ਹਾਂ ਮੈਂ ਕੀ ਕਰੂੰਗੀ। ਹਰ ਮਸੀਹੀ ਜੀਵਨ ਦੇ ਵਿੱਚ ਇਹ ਜਜ਼ਬਾ ਹੋਣਾ ਬੜਾ ਹੀ ਜ਼ਰੂਰੀ ਆ ਔਰ ਹਰੇਕ ਮਸੀਹੀ ਬੰਦੇ ਨੂੰ ਇਸ ਚੀਜ਼ ਦਾ ਅਹਿਸਾਸ ਹੋਣਾ ਚਾਹੀਦਾ ਆ ਮੇਰਾ ਕੁਛ ਨਹੀਂ ਹੈ। ਸਾਡੇ ਨਾਲ ਤੇ ਉਹ ਚੰਗੇ ਭਾਵੇਂ ਗਾ ਕੇ ਕਹਿੰਦੇ ਆ ਹੁਣ ਬਾਕੀ ਰੱਬ ਜਾਣਦਾ ਵੀ ਕਿੰਨਾ ਕੁ ਫਾਲੋ ਕਰਦੇ ਆ ਹੋ ਸਕਦਾ ਫਾਲੋ ਕਰਦੇ ਅਸੀਂ ਕਿਸੇ ਦੇ ਦੋਸ਼ ਨਹੀਂ ਹੁੰਦੇ। ਉਹ ਕਹਿੰਦੇ ਨੇ ਮੇਰਾ ਮੁਝ ਮੇਂ ਕੁਛ ਨਹੀਂ ਜੋ ਕੁਛ ਹੈ ਸੋ ਉਹਨਾਂ ਨੇ ਪਤਾ ਵੀ ਸਾਡਾ ਕੁਛ ਵੀ ਸਾਡੇ 'ਚ ਹੈ ਨਹੀਂ ਹੈ ਤੇ ਪਰ ਇਹ ਸਿਰਫ ਗਾ ਕੇ ਵਜਾ ਕੇ ਜਾਂ ਸੁਣਾ ਕੇ ਗੱਲਾਂ ਕਰਨ ਵਾਲੀਆਂ ਨਹੀਂ। ਇਹ ਇਹਨਾਂ ਲੋਕਾਂ ਦੀ ਤਰ੍ਹਾਂ ਅਸੀਂ ਵੀ ਆਪਣੇ ਜੀਵਨ ਦੇ ਵਿੱਚ ਇਹਨਾਂ ਨੂੰ ਪੂਰਾ ਕਰਨ ਦਾ ਕੀ ਕਰਨਾ ਭਲਾ ਯਤਨ ਕਰਨਾ। ਮੈਂ ਦੱਸਿਆ ਸੀ ਨਾ ਪਾਸਟਰ ਮਲੀਕ ਸਾਹਿਬ ਦਾ ਜਦੋਂ ਐਕਸੀਡੈਂਟ ਹੋਇਆ ਨਾ ਲੁਧਿਆਣੇ ਦੇ ਵਿੱਚ ਤੇ ਇਹਨਾਂ ਦਾ ਚੂਲਾ ਚਾਲਾ ਨਿਕਲ ਗਿਆ ਸੀ ਸਾਰਾ ਆਹ ਹੱਡੀ ਵੀ ਬਾਹਰ ਆ ਗਈ ਸੀ। ਬਹੁਤ ਖਤਰਨਾਕ ਐਕਸੀਡੈਂਟ ਹੋਇਆ ਸੀ ਤੇ ਉਦੋਂ ਅਸੀਂ ਆਪਣਾ ਸਾਰਾ ਘਰ ਵਗੈਰਾ ਢਾਇਆ ਹੋਇਆ ਸੀਗਾ। ਪਹਿਲੀ ਵਾਰੀ ਸਾਡੇ ਕੋਲ ਜ਼ਿੰਦਗੀ 'ਚ ਪੈਸੇ ਆਏ ਸੀ ਨਵੇਂ ਅਮੀਰ ਹੋਏ ਸੀ ਤੇ ਅਸੀਂ ਉਹ ਫਿਰ ਚਾਅ 'ਚ ਢਾਹ ਲਿਆ ਸਾਰਾ ਕੁਝ ਜਦੋਂ ਪੈਸੇ ਆਏ ਨਵੇਂ ਤੇ ਉਹ ਸਾਰਾ ਇੱਦਾਂ ਢੱਠਿਆ ਹੋਇਆ ਸੀਗਾ ਪ੍ਰੋਗਰਾਮ ਤੇ ਪਤਾ ਲੱਗਾ ਪਾਸਟਰ ਸਾਹਿਬ ਦਾ ਕੀ ਹੋ ਗਿਆ ਐਕਸੀਡੈਂਟ ਹੋ ਗਿਆ ਤੇ ਉਹਨਾਂ ਦਿਨਾਂ ਵਿੱਚ ਉਹਨਾਂ ਦੀ ਵੀ ਮਾਲੀ ਹਾਲਤ ਜਿਹੜੀ ਸੀ ਉਹ ਕੋਈ ਇੰਨੀ ਗੁੱਡ ਨਹੀਂ ਸੀ ਤੇ ਮੇਰੇ ਉੱਤੇ ਉਹਨਾਂ ਨੂੰ ਬੜਾ ਮਾਣ ਹੁੰਦਾ ਸੀ ਤੇ ਇਸੇ ਜਦੋਂ ਐਕਸੀਡੈਂਟ ਹੋਇਆ ਤੇ ਪਹਿਲਾ ਫੋਨ ਮੈਨੂੰ ਹੀ ਆਇਆ ਉਹਨਾਂ ਦੇ ਘਰਦਿਆਂ ਦਾ ਵੀ ਇਸ ਤਰ੍ਹਾਂ ਪਾਸਟਰ ਉਹਨਾਂ ਦਾ ਲੁਧਿਆਣੇ ਐਕਸੀਡੈਂਟ ਹੋ ਗਿਆ ਤੇ CMC ਹਸਪੀਟਲ ਲੈ ਕੇ ਗਏ ਬੇਹੋਸ਼ੀ ਦੀ ਹਾਲਤ ਦੇ ਵਿੱਚ ਤੇ ਅਸੀਂ ਉਹ ਢੱਠਾਇਆ ਘਰ ਸੀ ਨਾ ਜਿਹੜਾ ਜਿੱਦਾਂ ਸੀ ਇਸੇ ਹਾਲਤ ਵਿੱਚ ਛੱਡ ਕੇ ਜਿੰਨੇ ਪੈਸੇ ਸੀ ਟੋਟਲ ਜਾ ਕੇ ਉਹਨਾਂ ਦੇ ਰੱਖ ਦਿੱਤੇ ਗਏ। ਕਾਹਦੇ ਲਈ ਭਲਾ ਇਸ ਲਈ ਕਿ ਖੁਦਾ ਦੇ ਲਈ ਪਹਿਲ ਆ ਬਾਕੀ ਸਾਰੀਆਂ ਚੀਜ਼ਾਂ ਬਾਅਦ 'ਚ। ਉਹਦੀ ਥਾਂ 'ਤੇ ਕੋਈ ਹੋਰ ਹੁੰਦਾ ਤਾਂ ਇੱਦਾਂ ਕਰਨਾ ਸੀ ਨਹੀਂ ਪਰ ਅਸੀਂ ਕਿਉਂ ਕੀਤਾ। ਇਹਨਾਂ ਵਚਨਾਂ ਨੂੰ ਅਸੀਂ ਜ਼ਿੰਦਗੀ ਵਿੱਚ ਸਿਰਫ ਪੜ੍ਹਿਆ ਸੁਣਿਆ ਸੁਣਾਇਆ ਨਹੀਂ ਬਲਕਿ ਅਸੀਂ ਤਕਰੀਬਨ ਯਤਨ ਕੀਤਾ ਕਿ ਅਸੀਂ ਉਸੇ ਤਰ੍ਹਾਂ ਕਰੀਏ। ਜਦੋਂ ਇਹ ਧਾਰੀਵਾਲ ਵਾਲੀ ਜਿਹੜੀ ਗਰਾਊਂਡ ਹੈ ਨਾ ਅੱਜ ਇਹਦੀ ਜਿਹੜਾ ਪਹਿਲਾ ਸਾਈ ਬਿਆਨਾ ਹੋਇਆ ਆ ਉਹ ਮੇਰੀ ਵਾਈਫ ਦੇ ਸਾਰੇ ਗਹਿਣੇ ਵੇਚ ਕੇ ਹੋਇਆ ਸੀ। ਇਹ ਮੈਂ ਵੀਡੀਓ ਤਾਂ ਬੋਲਦਾ ਇੱਥੇ ਵੀ ਮੈਂ ਕੋਈ ਝੂਠ ਨਹੀਂ ਬੋਲ ਰਿਹਾ। ਇਹ ਵੀਡੀਓ ਆਪ ਵੀ ਪਾਸਟਰ ਵੀ ਸੁਣਦੇ ਹੁੰਦੇ। ਜਿਹੜਾ ਪਹਿਲਾ ਸਾਈ ਬਿਆਨਾ ਹੋਇਆ ਨਾ ਜਿੱਥੇ ਅੱਜ ਬਹੁਤ ਵੱਡਾ ਡੇਰਾ ਬਣਿਆ ਹੋਇਆ ਇਹ ਮੇਰੀ ਵਾਈਫ ਦੇ ਸਾਰੇ ਗਹਿਣੇ ਵੇਚੇ ਸੀ ਉਦੋਂ ਤੇ ਉਹ ਸਾਰੇ ਦੇ ਕੇ ਉੱਥੇ ਮੈਂ ਧਾਰੀਵਾਲ ਆਇਆ ਸੀ। ਉਸ ਤੋਂ ਬਾਅਦ ਫਿਰ ਇੱਕ ਪੇਮੈਂਟ ਦੇਣੀ ਸੀ ਤੇ ਮੈਂ ਇੰਗਲੈਂਡ ਗਿਆ ਤੇ ਮੈਨੂੰ ਕਹਿੰਦੇ ਵੀ ਜੋ ਕੁਛ ਵੀ ਉੱਥੋਂ ਤੁਹਾਨੂੰ ਦਾਨ ਦੇ ਰੂਪ ਵਿੱਚ ਮਿਲੇ ਨਾ ਤੇ ਉਹ ਸਾਰਾ ਤੁਸੀਂ ਧਾਰੀਵਾਲ ਇਸ ਗਰਾਊਂਡ ਦੇ ਲਈ ਲੈ ਕੇ ਆਉਣਾ। ਤੇ ਮੈਂ ਜਿੱਦਾਂ ਇੰਗਲੈਂਡ ਤੋਂ ਆਇਆ ਸ਼ੈਤਾਨ ਮੇਰੇ ਮਨ 'ਚ ਪਾਵੇ ਟਿਕਟ ਜਿਹੜੀ ਤੂੰ ਆਪਣੇ ਕੋਲੋਂ ਲਾਈ ਉਹਦੇ 'ਤੇ ਪੈਸੇ ਰੱਖ ਲਾ। ਕਈ ਤਰ੍ਹਾਂ ਦੇ ਵਿੱਚ ਵਿਚਾਰ ਹੁੰਦੇ ਮਨ ਦੇ ਵਿੱਚ ਵੀ ਉਹ ਹੀ ਰੱਖ ਲਾ ਜਾਂ ਕਿੱਦਾਂ ਨਹੀਂ। ਤੇ ਉਦੋਂ ਪਾਸਟਰ ਹੈਰੀ ਹੋਣਾ ਦੇ ਪੱਥਰ ਚਲਾ ਉੱਠेंगे ਜਿਹੜੀ ਸੀ ਨਾ ਆਈ ਕੈਸਟ ਬੜੀ ਮਸ਼ਹੂਰ ਹੋਈ ਸੀ ਤੇ ਉਸ ਤੋਂ ਪਹਿਲਾਂ ਇੱਕ ਸੀਗੀ ਮੈਂ ਬੇਲ ਅੰਗੂਰਾਂ ਦੀ ਤੇ ਉਹ ਇਹ ਦੋਨੇ ਤੇ ਬੜਾ ਉੱਥੇ ਉਸ ਇਹਦੀ ਡਿਮਾਂਡ ਸੀ ਤੇ ਮੈਂ ਲੈ ਕੇ ਗਿਆ ਸੀ। ਉਹ ਬੜੀਆਂ ਵਿਕੀਆਂ ਸੀ। ਉਹ ਜਿੰਨੇ ਸਾਰੇ ਟੋਟਲ ਪੈਸੇ ਮੈਂ ਸਪੈਸ਼ਲ ਟਿਕਟ ਵੀ ਇਸੇ ਹਿਸਾਬ ਦੀ ਕਰਾਈ ਸੀ। ਅੰਮ੍ਰਿਤਸਰ ਉਤਰਿਆ ਸੀ ਤੇ ਅੰਮ੍ਰਿਤਸਰੋਂ ਫਿਰ ਉਹਨਾਂ ਦਾ ਬੇਟਾ ਬ੍ਰਦਰ ਸਲਾਮਤ ਮੈਨੂੰ ਲੈ ਕੇ ਗਿਆ ਸੀ ਤੇ ਸਾਰੇ ਦੇ ਸਾਰੇ ਪੈਸੇ ਮੈਂ ਦੇ ਕੇ ਆਇਆ ਉੱਥੇ। ਇਹ ਸਮਝਾਉਣ ਦਾ ਕਾਰਨ ਭਲਾ ਕੀ ਹੈ ਜਿਹੜੀਆਂ ਗੱਲਾਂ ਦੱਸਣ ਦਾ ਕਾਰਨ ਕੀ ਹੈ ਵੀ ਅਸੀਂ ਸਿਰਫ ਵਚਨ ਨੂੰ ਦੱਸਦੇ ਨਹੀਂ ਬਲਕਿ ਅਸੀਂ ਇਸ ਲਈ ਦੱਸਦੇ ਹਾਂ ਵੀ ਅਸੀਂ ਇਹਨਾਂ ਵਚਨਾਂ ਨੂੰ ਪੂਰਾ ਕੀਤਾ ਹੈ ਆਪਣੇ ਜੀਵਨ ਦੇ ਵਿੱਚ। ਤੇ ਵਚਨ ਅਸਰ ਕਦੋਂ ਕਰਦਾ ਭਲਾ ਜਦੋਂ ਤੁਸੀਂ ਆਪ ਉਹਨੂੰ ਪੂਰਾ ਕੀਤਾ ਹੋਵੇ। ਨਹੀਂ ਤੇ ਸੁਣਾਉਣ ਵਾਲੀ ਦੁਨੀਆ ਬੜੀ ਹੈ। ਅੱਜ ਤੁਸੀਂ ਦੇ ਦਿਓ ਸੇਵਕ ਮੰਗਣ ਲੱਗੇ ਤੇ ਕੋਈ ਲਿਹਾਜ਼ ਨਹੀਂ ਕਰਦੇ ਪਰ ਇਹਨਾਂ ਨੇ ਦਿੱਤਾ ਨਹੀਂ ਕਦੀ। ਆਪ ਇਹਨਾਂ ਨੇ ਕਦੀ ਕਿਸੇ ਥਾਂ 'ਤੇ ਦਿੱਤਾ ਨਹੀਂ ਪਰ ਮੰਗਣਾ ਇਹਨਾਂ ਨੂੰ ਆਉਂਦਾ ਆ। ਪਰ ਅਸੀਂ ਉਹ ਸੇਵਕ ਆ ਜਿਹਨਾਂ ਨੇ ਮੰਗਿਆ ਕਦੀ ਨਹੀਂ ਦਿੱਤਾ ਹੀ ਦਿੱਤਾ। ਸੋ ਸਮਝਾਉਣ ਦੇ ਲਈ ਮੈਂ ਗੱਲ ਦੱਸ ਰਿਹਾ ਸੀਗਾ ਵੀ ਉਹ ਕੀ ਕਹਿੰਦੀ ਹੈ ਵੀ ਪਰਮੇਸ਼ਵਰ ਨੇ ਜੇ ਮੈਨੂੰ ਦਿੱਤਾ ਨਾ ਤਾਂ ਹੁਣ ਮੈਂ ਕੀ ਕਰਾਂਗੀ ਭਲਾ ਮੈਂ ਵੀ ਪਰਮੇਸ਼ਵਰ ਨੂੰ ਦੇ ਦਿਆਂਗੀ। ਇਹ ਔਰਤ ਦਾ ਜਜ਼ਬਾ ਹਰ ਮਸੀਹੀ ਜੀਵਨ ਦੇ ਵਿੱਚ ਹੋਣਾ ਬਹੁਤ ਜ਼ਿਆਦਾ ਲਾਜ਼ਮੀ ਹੈ। ਇਹ ਕਿਉਂ ਲਾਜ਼ਮੀ ਆ ਇਹਦੇ ਨਾਲ ਇੱਕ ਵਰਸ ਪੜਾਂਗੇ ਇੱਥੇ ਤੁਸੀਂ ਇਹਨੂੰ ਆਪਣੇ ਰੋਕ ਲਿਓ। ਮੱਤੀ ਦੀ ਅੰਜੀਲ 6 ਅਧਿਆਏ
ਉਹਦੀ 25 ਆਇਤ ਪੜਾਂਗੇ ਅਸੀਂ ਜਲਦੀ ਉਸ ਤੋਂ ਬਾਅਦ ਦੁਆ ਕਰਾਂਗੇ। मत्ती दी इंजील। मैं तुमसे कहता हूँ कि अपने प्राण के लिए ये चिंता ना करना। ਹੁਣ ਸਾਨੂੰ ਇਹ ਤੇ ਸੀ ਅਸੀਂ 올ਡ ਟੈਸਟਮੈਂਟ ਦੇ ਜੋ ਵਾਕਿਆ ਪੜਿਆ, ਇਸ ਔਰਤ ਦਾ ਈਮਾਨ ਜਿਹੜੀ ਆਪਣਾ ਬੱਚਾ ਦੇਣ ਲਈ ਤਿਆਰ ਹੋ ਗਈ। ਮਾਂ ਦੇ ਲਈ ਇਹ ਕੰਮ ਬੜਾ ਔਖਾ ਆ, ਇਸ ਲਈ ਸਾਰਾ ਨੂੰ ਸੁੱਤੀ ਪਈ ਨੂੰ ਛੱਡ ਗਿਆ ਸੀ ਅਬਰਾਹਮ। ਇਸਹਾਕ ਦੀ ਕੁਰਬਾਨੀ ਜਦੋਂ ਕਰਨ ਵਾਸਤੇ ਗਿਆ ਨਾ ਤੇ ਸਾਰਾ ਨੂੰ ਸੁੱਤੀ ਪਈ ਨੂੰ ਛੱਡ ਗਿਆ ਸੀ, ਇਸ ਲਈ ਕਿ ਜੇ ਇਹਨੂੰ ਦੱਸਿਆ, ਕਿਉਂਕਿ ਇਹਨੇ ਪੁੱਛਣਾ ਵੀ ਕਿੱਥੇ ਚੱਲੇ ਆ ਤੇ ਪੁੱਛੂਗੇ ਤੇ ਦੱਸਣਾ ਵੀ ਪੈਣਾ, ਤੇ ਜੇ ਮੈਂ ਇਹਨੂੰ ਦੱਸਿਆ ਤੇ ਇਹ ਕਿਤੇ ਮੇਰੇ ਤੇ ਪਰਮੇਸ਼ਵਰ ਦੇ ਇਸ ਕਾਲ ਦੇ ਵਿੱਚ ਕਿਤੇ ਵਾਧਾ ਨਾ ਪਾਵੇ, ਇਸ ਕਰਕੇ ਉਹਨੂੰ ਸੁੱਤੀ ਨੂੰ ਛੱਡ ਗਿਆ ਸੀ ਜਦੋਂ ਇਸਹਾਕ ਨੂੰ ਕੁਰਬਾਨ ਕਰਨ ਦਾ ਵੇਲਾ ਆਇਆ। ਸੋ ਅਸੀਂ ਦੇਖਦੇ ਹਾਂ ਵੀ ਉਸ ਸਮੇਂ ਦੀ ਉਸ ਔਰਤ ਨੇ ਏਡਾ ਵੱਡਾ ਕੰਮ ਕੀਤਾ ਕਿ ਬਾਂਝਪਨ ਤੋਂ ਪਰਮੇਸ਼ਵਰ ਨੇ ਉਹਨੂੰ ਛੁਡਾਇਆ ਤੇ ਪਹਿਲਾਂ ਹੀ ਬੱਚਾ ਆਇਆ ਤੇ ਇੰਨੀ ਦੇਰ ਬਾਅਦ ਮਿਲਿਆ। ਪਰ ਹੌਸਲਾ ਦੇਖੋ, ਉਹ ਦੁਬਾਰਾ ਉਹਨੂੰ ਮੰਦਿਰ ਦੇ ਵਿੱਚ ਓਨੀ ਦੇਰ ਤੱਕ ਲੈ ਕੇ ਵੀ ਨਹੀਂ ਆਏ ਜਿੰਨੀ ਦੇਰ ਤੱਕ ਉਹਦਾ ਦੁੱਧ ਨਹੀਂ ਛੁਡਾਇਆ ਗਿਆ। ਕਾਹਦੇ ਲਈ ਭਲਾ? ਇਸੇ ਲਈ ਕਿ ਜਦੋਂ ਮੈਂ ਇਹਨੂੰ ਪਰਮੇਸ਼ਵਰ ਦੇ ਘਰ ਦੇ ਵਿੱਚ ਲੈ ਕੇ ਜਾਣਾ ਤੇ ਜਿਸ ਪਰਮੇਸ਼ਵਰ ਨੇ ਮੈਨੂੰ ਦਿੱਤਾ ਨਾ, ਇਹ ਫਿਰ ਮੈਂ ਉਸੇ ਪਰਮੇਸ਼ਵਰ ਦੇ ਘਰ ਦੇ ਛੱਡ ਆਉਣਾ। ਤੇ ਉਸ 올ਡ ਟੈਸਟਮੈਂਟ ਦੇ ਵਿੱਚ ਜਦੋਂ ਉਹਨਾਂ ਦੇ ਕੋਲ ਨਾ ਤੇ ਨਵਾਂ ਜਨਮ ਸੀਗਾ, ਨਾ ਪਾਕਰੂ ਸਾਡੇ ਤਰ੍ਹਾਂ ਸੀਗਾ, ਉਹ ਇਹਨਾਂ ਚੀਜ਼ਾਂ ਤੋਂ ਬਿਨਾਂ ਏਡਾ ਵੱਡਾ ਕੰਮ ਕਰ ਗਏ। ਤੇ ਸਾਡੇ ਕੋਲ ਅੱਜ ਸਭ ਕੁਝ ਹੀ ਹੈ। ਤੇ ਸਾਨੂੰ ਵਚਨ ਕੀ ਕਹਿੰਦਾ ਆ? ਕਿਸੇ ਵੀ ਚੀਜ਼ ਦੇ ਲਈ ਕੋਈ ਚਿੰਤਾ। ਕਿ ਅੱਜ ਤੁਸੀਂ ਮਾਂ ਬਾਪ ਜਿਹੜੇ ਵੀ ਇਹ ਹੈਗੇ ਆ, ਬਾਪ ਤੇ ਮੇਰਾ ਉੱਥੇ ਆਵਾਜ਼ ਵੀਡੀਓ ਸੁਣ ਲੂਗਾ, ਤੇ ਮੰਮੀ ਕਿੱਥੇ ਹੈ? ਹਾਂਜੀ, ਮੰਮੀ ਇੱਥੇ ਹੈ। ਤੇ ਇਹ ਵਚਨ ਨੂੰ ਸੁਣਨਾ, ਧਿਆਨ ਦੇਣਾ ਨਾ। ਵਚਨ ਦੱਸਦਾ ਹੈ ਕਿਸੇ ਵੀ ਚੀਜ਼ ਦੇ ਲਈ ਕੀ ਨਹੀਂ ਕਰਨੀ ਭਲਾ? ਚਿੰਤਾ ਨਹੀਂ ਕਰਨੀ। ਹੁਣ ਜੇ ਅਸੀਂ ਵਚਨ ਨੂੰ ਸੁਣਨ ਦੇ ਲਈ ਇਹ ਡੈਡੀਕੇਸ਼ਨ ਦਾ ਪ੍ਰੋਗਰਾਮ ਜੋ ਅਸੀਂ ਰੱਖਦੇ ਨਾ, ਇਹ ਅਸੀਂ ਬਣਾ ਲੈਂਦੇ ਆ ਬਾਕੀ ਕੌਮਾਂ ਦੀ ਤਰ੍ਹਾਂ ਪ੍ਰਥਾ। ਲੇਕਿਨ ਜੇ ਅਸੀਂ ਵੀ ਬਾਕੀ ਕੌਮਾਂ ਦੀ ਤਰ੍ਹਾਂ ਪ੍ਰਥਾ ਬਣਾਈ ਆ ਤੇ ਫਿਰ ਲਾਹਨਤ ਆ ਸਾਡੇ ਉੱਤੇ, ਕਿਉਂਕਿ ਇਦਾਂ ਦਾ ਸਾਰਾ ਸਿਸਟਮ ਬੱਚਿਆਂ ਦੇ ਨਾਲ ਹਰੇਕ ਮਜ਼ਹਬ 'ਚ ਹੁੰਦਾ ਆ। ਹਿੰਦੂਆਂ 'ਚ ਮੁੰਡਨ ਕਰਦੇ ਨਾ, ਫਿਰ ਨਾਮਕਰਨ ਹੁੰਦਾ, ਇਕੱਠਾ ਹੀ ਹੁੰਦਾ। ਉਹ ਨਾਮਕਰਨ ਪਹਿਲਾਂ ਹੁੰਦਾ ਤੇ ਬਾਅਦ ਵਿੱਚ ਮੁੰਡਨ ਹੁੰਦੇ ਨਾ। ਸੋ ਕਹਿੰਦਾ ਪਰ ਭਾਵੇਂ ਹੁੰਦਾ ਚੱਲਦਾ, ਮਤਲਬ ਕਹਿੰਦਾ ਸਿਸਟਮ ਹਰੇਕ ਮਜ਼ਹਬ ਦੇ ਵਿੱਚ ਆਪਣੇ ਆਪਣੇ ਤਰੀਕੇ ਦੇ ਨਾਲ ਬੱਚੇ ਦੇ ਲਈ ਇਹ ਸਾਰਾ ਕੁਝ ਕੀਤਾ ਜਾਂਦਾ। ਇਹਦੇ ਪਿੱਛੇ, ਇਹਦੇ ਕਰਨ ਦੇ ਪਿੱਛੇ ਸਿਰਫ ਇੱਕੋ ਹੀ ਗੱਲ ਆ, ਰੱਬ ਨੂੰ ਮਹਿਮਾ ਦੇਣੀ ਆ ਜਿਹਨੇ ਸਾਨੂੰ ਔਲਾਦ ਬਖਸ਼ੀ ਹੈ। ਇਹਦਾ ਹੋਰ ਕੋਈ ਮਕਸਦ ਨਹੀਂਗਾ। ਇਹਦੇ ਪਿਛਲਾ ਕਾਰਨ ਕੀ ਆ? ਜਿਸ ਰੱਬ ਨੇ ਦਿੱਤਾ ਨਾ, ਉਹਦੇ ਲਈ ਅਸੀਂ ਉਹਨੂੰ ਉਸਤਤ ਦੇਣੀ ਆ, ਉਸ ਬੱਚੇ ਦੇ ਲਈ। ਤੇ ਉਹ ਉਸਤਤ ਦੇਣ ਦਾ ਮਤਲਬ ਕੀ ਆ? ਵੀ ਇਸ ਬੱਚੇ ਉੱਤੇ ਰੱਬ ਦੀ ਦਇਆ ਬਣੀ ਰਵੇ। ਤੇ ਹੁਣ ਜੇ ਅਸੀਂ ਚਾਹੁੰਦੇ ਵੀ ਉਸ ਬੱਚੇ ਉੱਤੇ ਰੱਬ ਦੀ ਦਇਆ ਬਣੀ ਰਵੇ, ਤੇ ਫਿਰ ਦਇਆ ਤਾਂ ਬਣੀ ਰਹਿਣੀ, ਕਿਉਂਕਿ ਵਚਨ ਦੱਸਦਾ ਜੇ ਤੁਸੀਂ ਆਪਣੇ ਬੱਚੇ ਨੂੰ ਧਰਮ ਦੇ ਰਾਹ ਦੇ ਉੱਤੇ ਚਲਾਓਗੇ ਤੇ ਫਿਰ ਮੇਰੀ ਦਇਆ ਬਣੀ ਰਹਿਣੀ ਆ। ਦਇਆ ਕਦੋਂ ਬਣੀ ਰਹਿਣੀ ਭਲਾ? ਜਦੋਂ ਤੁਸੀਂ ਉਹਨੂੰ ਧਰਮ ਦੇ ਰਾਹ ਦੇ ਉੱਤੇ, ਤੇ ਜਦੋਂ ਤੁਸੀਂ ਪੁੱਠੇ ਰਾਹ ਤੇ ਚਲਾਓਗੇ ਫਿਰ ਜਿਹੜਾ ਦੇਣਾ ਜਾਣਦਾ ਆ ਇਹ ਤੇ ਆਪ ਹੀ ਦੇਗੀ ਨਾ, ਤੇ ਇਹ ਮੁਬਾਰਕ ਹੋ ਗਿਆ ਫਿਰ। ਤੇ ਜੇ ਅਸੀਂ ਨਾ ਸ਼ੁਕਰੇ ਬਣਦੇ ਆ ਤੇ ਫਿਰ ਜਿਹੜਾ ਦਿੰਦਾ ਨਾ ਉਹ ਲੈਣ ਲੱਗਿਆ ਵੀ ਲਿਹਾਜ਼ ਕਰਦਾ, ਤੇ ਫਿਰ ਐਸੀ ਦੁੱਖ ਦੇ ਜਾਂਦਾ ਜਿਹੜਾ ਸਾਰੀ ਜ਼ਿੰਦਗੀ ਫਿਰ ਭੁੱਲਦਾ ਵੀ। ਤੇ ਜੇ ਅਸੀਂ ਚਾਹੁੰਦੇ ਹਾਂ ਐਸਾ ਦੁੱਖ ਸਾਡੇ ਜੀਵਨ ਦੇ ਵਿੱਚ ਨਾ ਆਵੇ, ਤੇ ਫਿਰ ਜਿਸ ਪਰਮੇਸ਼ਵਰ ਨੇ ਦਿੱਤਾ ਆ ਅਸੀਂ ਹਮੇਸ਼ਾ ਇਹ ਸਮਝਣਾ ਇਹ ਉਹਦੀ ਅਮਾਨਤ ਹੈ। ਮੈਂ ਇਹਦੇ ਲਾਇਕ ਬੱਚਾ ਜਿਹਨਾਂ ਦੇ ਨਹੀਂ ਹੈਗਾ, ਸਭ ਤੋਂ ਪਹਿਲਾਂ ਤੇ ਉਹਨਾਂ ਨੂੰ ਪੁੱਛੋ ਬੱਚੇ ਦੀ ਕੀਮਤ ਕੀ ਹੈ। ਜਿਹਨਾਂ ਦੇ ਹੈ ਹੀ ਨਹੀਂ ਆ, ਕਿਉਂਕਿ ਜਿਹਨਾਂ ਕੋਲ ਹੈਗਾ ਨਾ ਉਹਨਾਂ ਨੂੰ ਨਹੀਂ ਕਦਰ ਹੁੰਦੀ। ਜਿਹਨਾਂ ਕੋਲ ਨਹੀਂ ਹੈਗਾ ਉਹਨਾਂ ਨੂੰ ਪੁੱਛੋ ਵੀ ਬੱਚੇ ਦੀ ਕੀਮਤ ਕੀ ਹੁੰਦੀ ਹੈ। ਸੋ ਇਸ ਲਈ ਅਸੀਂ ਦੇਖਣਾ ਹੈ ਕਿ ਪਰਮੇਸ਼ਵਰ ਨੇ ਸਾਨੂੰ ਇਹਨਾਂ ਚੀਜ਼ਾਂ ਨਾਲ ਨਵਾਜਿਆ ਆ, ਤੇ ਇਹ ਸਾਡੀਆਂ ਖੂਬੀਆਂ ਨਹੀਂ ਬਲਕਿ ਪਰਮੇਸ਼ਵਰ ਨੇ ਆਪਣੀ ਦਇਆ ਨੂੰ ਦਿਖਾਇਆ ਆ, ਤੇ ਅਸੀਂ ਹੁਣ ਉਹਦੀ ਦਇਆ ਦਾ ਅਜਰ ਮੋੜਨਾ। ਹੁਣ ਸਾਡੀ ਵਾਰੀ ਹੈ, ਉਹਨੇ ਆਪਣਾ ਕੰਮ ਕਰ ਦਿੱਤਾ ਹੈ, ਤੇ ਹੁਣ ਕੀ ਹੈ ਭਲਾ? ਸਾਡੀ ਵਾਰੀ ਹੈ। ਤੇ ਵਚਨ ਕਹਿੰਦਾ ਆ ਵੀ ਅਸੀਂ ਕੀ ਸਿਖਾਉਣਾ ਹੁਣ ਆਪਣੇ ਬੱਚਿਆਂ ਨੂੰ। ਸਾਡਾ ਪਰਮੇਸ਼ਵਰ ਵਚਨ ਦੇ ਦੁਆਰਾ ਪਹਿਲੀ ਗੱਲ ਤੇ ਇਹ ਸਾਨੂੰ ਸਮਝਾ ਰਿਹਾ, ਜਿਹੜੇ ਅਸੀਂ ਸਿਆਣੇ ਆ, ਸਾਨੂੰ ਕੀ ਸਮਝਾ ਰਿਹਾ? ਕਿਸੇ ਵੀ ਗੱਲ ਦੀ ਚਿੰਤਾ। ਤੇ ਅਸੀਂ ਹੁਣ ਅੱਗੇ ਬੱਚਿਆਂ ਨੂੰ ਕੀ ਸਿਖਾਉਣਾ ਭਲਾ? ਤੁਸੀਂ ਵੀ ਕਿਸੇ ਚੀਜ਼ ਦੀ ਚਿੰਤਾ, ਜਿਵੇਂ ਉਸ ਪਰਮੇਸ਼ਵਰ ਨੇ ਸਾਨੂੰ ਸੰਭਾਲਿਆ
ਤਿਵੇਂ ਉਹ ਤੁਹਾਨੂੰ ਸੰਭਾਲਣ ਦੀ ਕੁਦਰਤ ਵੀ ਰੱਖਦਾ ਹੈ। ਤੇ ਹੁਣ ਪਰਮੇਸ਼ਰ ਦਾ ਵਚਨ ਕਹਿੰਦਾ ਕਿਸੇ ਵੀ ਚੀਜ਼ ਦੀ ਚਿੰਤਾ ਨਹੀਂ ਕਰਨੀ। ਤੇ ਸਭ ਤੋਂ ਪਹਿਲਾਂ ਕੀ ਸਾਡਾ ਈਮਾਨ ਹੈ ਵੀ ਇਹ ਬੱਚਾ ਖੁਦਾ ਨੇ ਆਪਣੇ ਰਹਿਮ ਦੇ ਦੁਆਰਾ ਸਾਨੂੰ ਦਿੱਤਾ। ਤੇ ਜੇ ਖੁਦਾ ਨੇ ਆਪਣੇ ਰਹਿਮ ਦੇ ਦੁਆਰਾ ਸਾਨੂੰ ਦਿੱਤਾ ਹੈ, ਤੇ ਜਿਹੜਾ ਖੁਦਾ ਇਸ ਬੱਚੇ ਨੂੰ ਇਸ ਸੰਸਾਰ ਦੇ ਵਿੱਚ ਲੈ ਕੇ ਆਇਆ, ਉਹ ਇਹਦੀ ਪਰਵਰਿਸ਼ ਕਰਨੀ, ਉਹਦੀ ਹਰੇਕ ਜ਼ਰੂਰਤ ਨੂੰ ਸਮੇਂ ਦੇ ਉੱਤੇ ਪੂਰਾ ਕਰਨ ਦੀ ਤਾਕਤ ਰੱਖਦਾ ਹੈ। ਔਰ ਸਾਡਾ ਇਹ ਈਮਾਨ ਹਮੇਸ਼ਾ ਹੋਣਾ ਚਾਹੀਦਾ। ਇਸ ਲਈ ਇਹਨਾਂ ਬੱਚਿਆਂ ਦੀ ਜ਼ਰੂਰਤ ਨੂੰ ਪੂਰਾ ਕਰਨ ਦੇ ਲਈ ਅਸੀਂ ਐਸਾ ਕੋਈ ਕੁਧਰਮ ਨਾ ਕਰੀਏ, ਐਸਾ ਕੋਈ ਪਾਪ ਕਰਕੇ ਇਹਨਾਂ ਦੀ ਪਰਵਰਿਸ਼ ਨਾ ਕਰੀਏ ਜਿਹਦਾ ਕਰਕੇ ਕੱਲ੍ਹ ਨੂੰ ਸਾਡੇ ਇਹਨਾਂ ਬੱਚਿਆਂ ਦੇ ਉੱਤੇ ਸਾਡਾ ਸਰਾਪ ਆਵੇ। ਕਿਉਂਕਿ ਵਚਨ 'ਚ ਲਿਖਿਆ, ਪਰਮੇਸ਼ਰ ਜੇ ਤੇ ਕ੍ਰੋਧਵਾਨ ਹੁੰਦਾ ਨਾ, ਕਹਿੰਦਾ ਤੇਰੀ ਤੀਜੀ ਚੌਥੀ ਪੀੜ੍ਹੀ ਤੱਕ ਮੇਰਾ ਇਹ ਕ੍ਰੋਧ ਤੇਰੇ ਉੱਤੇ ਬਣਿਆ ਰਹੂਗਾ। ਤੇ ਉਹ ਕ੍ਰੋਧ ਵੱਧ ਵੀ ਸਕਦਾ ਆ, ਪਰ ਕਿਉਂ? ਕਿਉਂਕਿ ਫਿਰ ਕਹਿੰਦਾ ਵੀ ਜੇ ਉਹ ਅੱਗੇ ਜਾ ਕੇ ਕੋਈ ਆਪਣੀਆਂ ਗਲਤੀਆਂ ਨੂੰ ਮੰਨ ਕੇ ਵਾਪਸ ਆ ਜਾਊਗਾ ਤੇ ਫਿਰ ਮੈਂ ਕਿਰਪਾ ਵੀ ਕਰਾਂਗਾ। ਸੋ ਜਦੋਂ ਅਸੀਂ ਇਸ ਪ੍ਰੋਗਰਾਮ ਨੂੰ ਘਰ ਦੇ 'ਚ ਰੱਖਿਆ ਵੀ ਅਸੀਂ ਬੱਚੇ ਦਾ ਇਹ ਡੈਡੀਕੇਸ਼ਨ ਕਰੀਏ, ਤੇ ਉਹਦਾ ਮਤਲਬ ਹੈਗਾ ਪਰਮੇਸ਼ਵਰ ਨੂੰ ਸਮਰਪਣ ਕਰਨਾ। ਤੇ ਕੀ ਅਸੀਂ ਰੈਡੀ ਹਾਂ ਪਰਮੇਸ਼ਵਰ ਨੂੰ ਸਮਰਪਣ ਕਰਨ ਦੇ ਲਈ? ਸਮਰਪਣ ਕਰਨ ਦਾ ਮਤਲਬ ਕੀ ਹੈ? ਹਾਂਜੀ, ਸਮਰਪਣ ਦਾ ਮਤਲਬ ਆਪਣੇ ਆਪ ਨੂੰ ਉਹਨੂੰ ਸੌਂਪ ਦੇਣਾ। ਓਕੇ ਜੀ। ਹੁਣ ਇਹਦੇ ਉੱਤੇ ਵਿਚਾਰ ਕਰ ਲਈਏ ਵੀ ਅਸੀਂ ਇਹਦੇ ਲਈ ਤਿਆਰ ਹਾਂ, ਨਹੀਂ ਤੇ ਰਹਿਣ ਦਿੰਦੇ ਹਾਂ। ਕਿਉਂਕਿ ਪ੍ਰਥਾ ਨਹੀਂ ਗੀ ਇਹ ਗੱਲ ਚੇਤੇ ਰੱਖੋ, ਪ੍ਰਥਾ ਨਹੀਂ ਗੀ ਇਹ ਪ੍ਰਥਾ ਨਹੀਂ, ਇਹ ਪਰਮੇਸ਼ਰ ਦਾ ਇੱਕ ਨਿਯਮ ਆ ਜਿਹਦੇ ਵਿੱਚੋਂ ਦੀ ਅਸੀਂ ਆਪਣੀ ਔਲਾਦ ਨੂੰ ਲੈ ਕੇ ਨਿਕਲਣਾ ਆ। ਤੇ ਇਹਨੂੰ ਕਰਾਉਣ ਦਾ ਮਤਲਬ ਹੀ ਤਾਂ ਆ ਜੇ ਅਸੀਂ ਉਸ ਹੁਕਮ ਨੂੰ ਪੂਰਾ ਕਰਨਾ ਆ। ਤੇ ਨਹੀਂ ਤੇ ਇੱਦਾਂ ਹੀ ਆ ਜਿੱਦਾਂ ਸਾਰਿਆਂ ਨੇ ਬਪਤਿਸਮ ਸਾਰਿਆਂ ਨੇ ਲਏ, ਈਸਾਈ ਆਪਣੇ ਨੂੰ ਸਾਰੇ ਕਹਾਈ ਜਾਂਦੇ ਆ, ਹੈਗੇ ਕਸਾਈ ਆ, ਹਨਾ। ਤੇ ਉਹਦਾ ਫਿਰ ਕੋਈ ਫਾਇਦਾ ਨਹੀਂ ਵੀ ਸਾਡੇ ਖਾਤਰ ਉਸ ਪਰਮੇਸ਼ਵਰ ਦੀ ਬੇਇੱਜ਼ਤੀ ਹੋਵੇ, ਸਾਡੇ ਖਾਤਰ ਉਸ ਪਰਮੇਸ਼ਵਰ 'ਤੇ ਉਂਗਲੀ ਚੁੱਕੀ ਜਾਵੇ ਵੀ ਲੋਕ ਤੇ ਤੇਰੇ ਵੀ ਉੱਦਾਂ ਦੇ ਹੀ ਆ, ਤੇ ਫਿਰ ਸਾਨੂੰ ਕੀ ਫਾਇਦਾ, ਹਨਾ। ਤੇ ਫਿਰ ਜ਼ਰੂਰੀ ਕੀ ਹੈ? ਅਸੀਂ ਇਸ ਸ਼ਬਦ ਦੀ ਮਹੱਤਤਾ ਨੂੰ ਸਮਝਣਾ ਆ ਵੀ ਜਦੋਂ ਅਸੀਂ ਇਸ ਪ੍ਰੋਗਰਾਮ ਦੇ ਵਿੱਚ ਆਪਣੇ ਬੱਚੇ ਨੂੰ ਲੈ ਕੇ ਸ਼ਾਮਲ ਹੁੰਦੇ ਆ, ਤੇ ਉਹਦਾ ਮਤਲਬ ਹੈਗਾ ਆ ਵੀ ਜਿਵੇਂ ਹੰਨਾ ਨੇ ਕਿਹਾ ਵੀ ਇਹ ਮੈਂ ਪਰਮੇਸ਼ਵਰ ਦੇ ਕੋਲੋਂ ਮੰਗ ਕੇ ਲਿਆ ਆ, ਪਰਮੇਸ਼ਵਰ ਨੇ ਮੈਨੂੰ ਦਿੱਤਾ ਆ, ਤੇ ਜਿਹਨੇ ਮੈਨੂੰ ਦਿੱਤਾ ਆ ਹੁਣ ਮੈਂ ਉਹਨੂੰ ਹੀ ਅਰਪਣ ਕਰਦੀ ਹਾਂ। ਤੇ ਅਰਪਣ ਕਰਨ ਦਾ ਮਤਲਬ ਇਹ ਆ ਵੀ ਹੁਣ ਮੇਰਾ ਇਹਦੇ ਉੱਤੇ ਕੋਈ ਅਧਿਕਾਰ, ਹੁਣ ਮੇਰਾ ਇਹਦੇ ਉੱਤੇ ਕੋਈ ਵੀ ਅਧਿਕਾਰ ਨਹੀਂ ਹੈ। ਤੇ ਤੁਸੀਂ ਰੈਡੀ ਹੈ ਇਸ ਚੀਜ਼ ਦੇ ਲਈ ਵੀ ਤੁਸੀਂ ਅੱਜ ਆਪਣੇ ਬੱਚੇ ਦੇ ਉੱਤੋਂ ਆਪਣੇ ਸਾਰੇ ਅਧਿਕਾਰਾਂ ਨੂੰ ਖਤਮ ਕਰ ਦਿਓ? ਹਾਂਜੀ, ਸਾਡੀਆਂ ਗੱਲਾਂ ਕੌੜੀਆਂ ਲੱਗਦੀਆਂ ਤਾਂਹੀਓ ਅਸੀਂ ਕੀ ਕਹਿੰਦੇ ਹੁੰਦੇ ਵੀ ਨਾ ਕਰਿਆ ਕਰੋ ਇੱਦਾਂ ਦੇ ਕੰਮ। ਕਿਉਂਕਿ ਮਜਬੂਰੀ ਇਹ ਆ ਵੀ ਮੈਂ ਇੱਕ ਵਾਰੀ ਪ੍ਰੋਗਰਾਮ ਦੇਖ ਰਿਹਾ ਸੀਗਾ ਤੇ ਉਹਦੇ ਵਿੱਚ ਉਹ ਫਨਕਾਰ ਸਾਰੇ ਇਕੱਠੇ ਸੀ, ਤੇ ਉਹ ਆ ਜਿਹੜਾ ਬੱਚਿਆਂ ਦੇ ਪ੍ਰੋਗਰਾਮ ਲਿਟਲ ਚੈਂਪ ਵਗੈਰਾ ਹੁੰਦੇ, ਉਹਦੇ ਵਿੱਚ ਹੁਣ ਫਨਕਾਰ ਸੀਗੇ ਸਾਰੇ ਇਕੱਠੇ ਹੋ ਕੇ ਆਏ ਹੋਏ। ਤੇ ਆਸ਼ਾ ਭੋਂਸਲੇ ਇੱਕ ਹੋਰ ਇੱਕ ਪੰਡਿਤ ਰੂਪ ਦੇ ਵਿੱਚ ਇੱਕ ਬਹੁਤ ਜ਼ਬਰਦਸਤ ਕੋਈ ਜਿਹੜਾ ਕਿਹੜਾ ਆਪਣੇ ਜਿਹੜਾ ਹੁੰਦਾ ਇੱਕ ਸ਼ਾਸਤਰੀ ਸੰਗੀਤ ਜਿਹੜਾ ਮਤਲਬ ਉਹਦੇ ਜਿਹੜੇ ਮਾਹਰ ਲੋਕ ਹੁੰਦੇ ਤੁਹਾਨੂੰ ਪਤਾ, ਉਹ ਆਪਣੇ ਜ਼ਿਆਦਾਤਰ ਪੰਡਿਤ ਲੋਕ ਹੀ ਹੁੰਦੇ ਆ। ਤੇ ਉਹ ਵੀ ਉਸ ਪ੍ਰੋਗਰਾਮ 'ਚ ਆਇਆ ਸੀ, ਤੇ ਉਹਦੇ 'ਚ ਇੱਕ ਨੇ ਗੀਤ ਗਾਇਆ, ਤੇ ਉਹ ਕੋਈ ਪਤਾ ਇੱਕ ਰਾਜ ਜੋ ਕੋਈ ਹੁੰਦਾ ਕੋਈ ਰਾਗ ਵਗੈਰਾ, ਤੇ ਉਹ ਬੜਾ ਖਤਰਨਾਕ ਰਾਗ ਹੁੰਦਾ, ਤੇ ਉਹ ਜ਼ਿਆਦਾਤਰ ਉਹ ਸ਼ਾਸਤਰੀ ਸੰਗੀਤ ਵਾਲੇ ਗਾਉਂਦੇ ਆ। ਤੇ ਪਰ ਉਹ ਆਸ਼ਾ ਭੋਂਸਲੇ ਕਿਉਂਕਿ ਬੜੀ ਪੁਰਾਣੀ ਤੇ ਇੱਕ ਖਤਰਨਾਕ ਕਲਾਕਾਰ ਹੋਣ ਦੇ ਨਾਤੇ ਉਹਨਾਂ ਨੂੰ ਉਹਨਾਂ ਸਾਰੀਆਂ ਚੀਜ਼ਾਂ ਦਾ ਪਤਾ, ਤੇ ਉਹਨੇ ਫਿਰ ਉਹਦੀ ਉਸ ਕਮਜ਼ੋਰੀ ਨੂੰ ਫੜ ਲਿਆ। ਤੇ ਉਹਨੇ ਪਹਿਲਾਂ ਪ੍ਰੇਜ਼ ਕਰ ਦਿੱਤੀ ਸ਼ਾਸਤਰੀ ਸੰਗੀਤ ਵਾਲੇ ਨੇ ਉਹਦੀ, ਤੇ ਉਹਨੇ ਫਿਰ ਆਸ਼ਾ ਭੋਂਸਲੇ ਨਾਲ ਸਵਾਲ ਕੀਤਾ ਜੀ, ਕਹਿੰਦੇ ਵੀ ਤੁਸੀਂ ਉਹ ਗੱਲ ਕਿਉਂ ਨਹੀਂ ਕਹਿ ਰਹੇ ਜਿਹੜੀ ਗੱਲ ਕਹਿਣੀ ਬਣਦੀ ਹੈ, ਜਿੱਥੇ ਇਹ ਸੁਰ ਇਹਦਾ ਡਿੱਗ ਗਿਆ ਸੀ, ਜਿੱਥੇ ਇਹ ਸੁਰ ਤੋਂ ਬਾਹਰ ਹੋ ਗਿਆ ਸੀ, ਜਿੱਥੇ ਉਸ ਰਾਗ ਦੇ ਵਿੱਚ ਰਿਹਾ ਹੀ ਨਹੀਂ, ਤੇ ਤੁਸੀਂ ਫਿਰ ਵੀ ਪ੍ਰੇਜ਼ ਕਰ ਰਹੇ ਜੀ। ਤੇ ਕਿਉਂ? ਤੁਸੀਂ ਪ੍ਰੇਜ਼ ਕਰੋ ਜਿੱਥੇ ਜਿੱਥੇ ਉਹ ਸਹੀ ਸੀ ਉਹ ਕਰੋ, ਪਰ ਉਹਨੂੰ ਨਾਲ ਦੱਸੋ ਵੀ ਇੱਥੇ ਤੂੰ
ਗਲਤ ਚੱਲ ਗਿਆ ਤੇ ਹੁਣ ਜੇ ਨਾ ਦੱਸਦੇ ਤੇ ਸਾਰੇ ਸਾਡੇ ਵਰਗੇ ਤਾਂ ਕਹਿੰਦੇ ਬਹੁਤ ਵਧੀਆ ਗਾ ਗਿਆ ਹਨਾ। ਤੇ ਅਸੀਂ ਵੀ ਉੱਦਾਂ ਦੇ ਹੀ ਹਾਂ, ਆਸ਼ਾ ਭੋਂਸਲੇ ਵਰਗੇ ਵੀ। ਅਸੀਂ ਸਿਰਫ ਪ੍ਰੇਜ ਨਹੀਂ ਕਰਕੇ ਜਾ ਸਕਦੇ ਵੀ ਤੁਸੀਂ ਬਹੁਤ ਵਧੀਆ ਪ੍ਰੋਗਰਾਮ ਕੀਤਾ ਜੀ, ਤੁਸੀਂ ਸਾਨੂੰ ਬੁਲਾਇਆ, ਬੜਾ ਤੁਹਾਡਾ ਧੰਨਵਾਦ ਆ, ਇੱਦਾਂ ਹੀ ਬੁਲਾਈ ਜਾਇਆ ਕਰੋ, ਰੋਟੀ ਪਾਣੀ ਖਿਲਾਈ ਜਾਇਆ ਕਰੋ ਹਨਾ। ਇੱਦਾਂ ਦਾ ਸਾਡੇ ਲਈ ਕੰਮ ਕੀ ਆ ਭਲਾ, ਔਖਾ ਆ, ਕਿਉਂਕਿ ਅਸੀਂ ਪਰਮੇਸ਼ਵਰ ਨੂੰ ਤੁਹਾਡਾ ਹਿਸਾਬ ਦੇਣਾ ਹੈ। ਤੁਹਾਨੂੰ ਨਹੀਂ ਪੁੱਛਣਾ। ਜਦੋਂ ਉਹਨੇ ਤਖਤ ਦੇ ਉੱਤੇ ਬਹਿਣਾ ਨਾ, ਉਦੋਂ ਉਹਨੇ ਇਕਬਾਲ ਗਿੱਲ ਨੂੰ ਬੁਲਾਉਣਾ, ਜਿਹੜੇ ਇਕਬਾਲ ਗਿੱਲ ਦੇ ਸਪੁਰਦ ਕੀਤੇ ਸੀ। ਤੇ ਇਕਬਾਲ ਗਿੱਲ ਤੋਂ ਪੁੱਛਿਆ ਜਾਣਾ ਵੀ ਜਦੋਂ ਤੂੰ ਇਹਨਾਂ ਦੇ ਘਰ ਗਿਆ ਸੀ ਤੇ ਤੂੰ ਇਹਨਾਂ ਨੂੰ ਉਹ ਗੱਲ ਕਿਉਂ ਨਹੀਂ ਦੱਸੀ, ਜਿੱਦਾਂ ਉਹ ਕਹਿੰਦੇ ਵੀ ਜਿੱਥੋਂ ਡਿੱਗਿਆ ਸੀ ਨਾ ਸੁਰ, ਉਹ ਵੀ ਦੱਸੋ। ਜਿੱਥੋਂ ਰਾਗ ਹੀ ਨਹੀਂ ਰਿਹਾ ਰਾਗ, ਉਹ ਵੀ ਦੱਸੋ। ਉਸੇ ਤਰ੍ਹਾਂ ਦੱਸਦੇ ਆ ਵੀ ਇਹ ਪ੍ਰੋਗਰਾਮਾਂ ਨੂੰ ਗਾਂ ਵੀ ਅਸੀਂ, ਕਿਉਂਕਿ ਇਹ ਕ੍ਰਿਸਚੈਨਿਟੀ ਦੇ ਵਿੱਚ ਇਹ ਜ਼ਰੂਰੀ ਵੀ ਆ, ਪ੍ਰਥਾ ਨਹੀਂ ਗੀ, ਪਰ ਇਹ ਸਾਡੇ ਲਈ ਜ਼ਰੂਰੀ ਆ ਤਾਂ ਕਿ ਅਸੀਂ ਵਚਨ ਨੂੰ ਕੀ ਕਰੀਏ ਭਲਾ, ਪੂਰਾ ਕਰ ਸਕੀਏ। ਤੇ ਜੇ ਅਸੀਂ ਵਚਨ ਨੂੰ ਪੂਰਾ ਕਰਨਾ ਆ ਤੇ ਫਿਰ ਅਸੀਂ ਆਪਣੇ ਉਸ ਅਧਿਕਾਰ ਨੂੰ ਛੱਡਣਾ ਆ ਤੇ ਪੂਰੇ ਦਾ ਪੂਰਾ ਉਸ ਬੱਚੇ ਨੂੰ ਪਰਮੇਸ਼ਵਰ ਦੇ ਸਮਰਪਣ ਕਰਨਾ ਆ, ਉਹਦੇ ਸਮਰਪਿਤ ਕਰਨਾ ਆ ਅਸੀਂ ਉਹਨੂੰ, ਕਿ ਅੱਜ ਤੋਂ ਇਹ ਤੇਰਾ ਆ, ਇਹਦਾ ਜੀਵਨ ਤੇਰਾ ਆ, ਇਹਦੇ ਲਈ ਅੱਜ ਤੋਂ ਜ਼ਿੰਮੇਵਾਰੀ ਵੀ ਕੀ ਹੈ ਭਲਾ, ਤੇਰੀ ਆ। ਮੈਂ ਜੋ ਮੇਰਾ ਫਰਜ਼ ਆ ਮੈਂ ਉਹ ਪੂਰਾ ਕਰਾਂਗੀ, ਪਰ ਮੈਂ ਇਹਦੇ ਲਈ ਚਿੰਤਿਤ ਨਹੀਂ ਹਾਂ ਅੱਜ ਤੋਂ। ਡੈਡੀਕੇਸ਼ਨ ਦਾ ਮਤਲਬ ਕੀ ਹੈ ਭਲਾ, ਮੈਂ ਇਹਦੇ ਲਈ ਚਿੰਤਿਤ ਨਹੀਂ ਹਾਂ। ਮੰਨ ਕੇ ਚਲੋ ਤੁਸੀਂ ਇੱਕ ਨਗਰ 'ਚ ਰਹਿੰਦੇ ਹੋ ਤੇ ਤੁਸੀਂ ਆਪਣੇ ਬੱਚੇ ਨੂੰ ਬਾਦਸ਼ਾਹ ਦੇ ਘਰ ਛੱਡਣ ਜਾ ਰਹੇ ਹੋ ਹਨਾ। ਨਿਯਮ ਹੋਵੇ ਵੀ ਬਾਅਦ ਜਿਹੜਾ ਬੱਚਾ ਪੈਦਾ ਹੋਵੇ ਬਾਅਦ ਜਿੱਦਾਂ ਹੀ ਉਹ ਸਾਲ ਖੰਡ ਦਾ ਹੋਵੇ ਤੇ ਉਹਨੂੰ ਬਾਦਸ਼ਾਹ ਦੇ ਘਰ ਛੱਡਿਓ। ਤੇ ਮਾਂ ਹੁਣ ਬਾਦਸ਼ਾਹ ਦੇ ਘਰ ਜਾ ਪੁੱਛੇ ਵੀ ਇੱਥੇ ਰੋਟੀ ਮਿਲ ਜਾ ਕਰੋ, ਇਹਨੂੰ ਕੱਪੜੇ ਕੁਪੜੇ ਵੀ ਮਿਲਿਆ ਕਰਨਗੇ ਹਾਂਜੀ। ਤੇ ਮੇਰਾ ਖਿਆਲ ਬਾਦਸ਼ਾਹ ਕਹੂਗਾ ਪਹਿਲਾਂ ਇਹਨੂੰ ਫੜ ਕੇ ਸੰਗਲਾਂ ਨਾਲ ਬੰਨੋ, ਇਹਨੂੰ ਪਤਾ ਨਹੀਂ ਬਾਦਸ਼ਾਹ ਦੇ ਘਰ ਆ ਕੇ ਇਹੋ ਜਿਹੀ ਗੱਲ ਕਰ ਰਹੀ ਹੈ। ਤੇ ਡੈਡੀਕੇਸ਼ਨ ਦਾ ਮਤਲਬ ਕੀ ਹੈ ਭਲਾ, ਅਸੀਂ ਬਾਦਸ਼ਾਹ ਦੇ ਹੱਥ ਦੇ ਵਿੱਚ ਆਪਣੇ ਬੱਚੇ ਨੂੰ ਦੇ ਰਹੇ ਹਾਂ। ਤੇ ਜੇ ਤੇ ਈਮਾਨ ਹੈ ਤੇ ਫਿਰ ਦਈਏ, ਤੇ ਜੇ ਈਮਾਨ ਨਹੀਂ ਹੈ ਤੇ ਫਿਰ ਰਹਿਣ ਦੀ। ਡੈਡੀਕੇਸ਼ਨ ਤੋਂ ਬਿਨਾਂ ਵੀ ਤੇ ਲੋਕੀ ਚੱਲੀ ਜਾਂਦੇ ਪ੍ਰੋਗਰਾਮ। ਸਾਡਾ ਕੋਈ ਡੈਡੀਕੇਸ਼ਨ, ਸਾਨੂੰ ਡੈਡੀ ਬਾਅਦ ਪਤਾ ਲੱਗਾ ਹੈਂ। ਸਾਡੇ ਸਮੇਂ ਕੌਣ ਕਰਦਾ ਤਾਂ ਡੈਡੀਕੇਸ਼ਨ? ਇਹ ਤਾਂ ਹੁਣ ਹੀ ਆਪਣੇ ਪਿਛਲੇ 20-25 ਸਾਲ ਤੋਂ ਜ਼ਿਆਦਾ ਇੱਦਾਂ ਦੇ ਪ੍ਰੋਗਰਾਮ ਜੇ ਸ਼ੁਰੂ ਹੋਏ ਨੇ। ਤੇ ਪਹਿਲਾਂ ਕੌਣ ਕਰਦਾ ਹੁੰਦਾ ਸੀ ਨਾ। ਹਾਂਜੀ ਬਿਲਕੁਲ ਬਿਲਕੁਲ ਬਿਲਕੁਲ। ਤੇ ਸੋ ਕਹਿਣ ਤੋਂ ਮੁਰਾਦ ਕੀ ਆ, ਇਹ ਪ੍ਰਥਾ ਨਹੀਂ ਗੀ। ਅਸੀਂ ਫਿਊਚਰ ਦੇ ਵਿੱਚ ਵੀ ਇਸ ਗੱਲ ਨੂੰ ਯਾਦ ਰੱਖਣਾ ਤੇ ਸਾਡੇ ਮਨ ਤੋਂ ਅਸੀਂ ਪਰਮੇਸ਼ਵਰ, ਕਿਉਂਕਿ ਪਰਮੇਸ਼ਵਰ ਸਾਡੇ ਮਨਾਂ ਨੂੰ ਜਾਣਦਾ ਆ। ਅਸੀਂ ਇਸ ਪ੍ਰੋਗਰਾਮ ਨੂੰ ਅਸੀਂ ਸ਼ਾਇਦ ਮੈਂ ਇਹ ਗਰੰਟੀ ਦੇ ਨਾਲ ਕਹਿ ਸਕਦਾ, ਅਸੀਂ ਇਹਨੂੰ ਇੱਦਾਂ ਹੀ ਰੱਖਿਆ ਪ੍ਰੋਗਰਾਮ ਨੂੰ ਵੀ ਡੈਡੀਕੇਸ਼ਨ ਕਰਾਉਣਾ ਜ਼ਰੂਰੀ ਹੁੰਦਾ। ਪਰ ਡੈਡੀਕੇਸ਼ਨ ਦਾ ਮਤਲਬ ਕੀ ਇਹ ਸਾਨੂੰ ਨਹੀਂ ਪਤਾ ਹੈ ਨਾ। ਡੈਡੀਕੇਸ਼ਨ ਦਾ ਮਤਲਬ ਹੁਣ ਡੈਡੀ ਉਹ ਆ, ਦੂਜੇ ਸ਼ਬਦਾਂ ਕਹਿ ਦਈਏ ਹਾਂਜੀ। ਹੁਣ ਅਸਲੀ ਡੈਡੀ ਦੇ ਸਪੁਰਦ ਅਸੀਂ ਇਹਨੂੰ ਕਰਨ ਜਾ ਰਹੇ ਹਾਂ, ਜਿਹੜਾ ਲਿਖ ਕੇ ਦਿੰਦਾ ਆ ਤੇਰੀ ਮਾਂ ਤੈਨੂੰ ਭੁੱਲ ਸਕਦੀ ਹੈ, ਪਰ ਮੈਂ ਤੇਰੀ ਤਸਵੀਰ ਨੂੰ ਆਪਣੇ ਹੱਥਾਂ ਦੇ ਉੱਤੇ ਉਕਰ ਲਿਆ ਆ। ਮੈਂ ਤੈਨੂੰ ਕਦੇ ਨਾ ਛੱਡਾਂਗਾ ਤੇ ਨਾ ਕਦੇ। ਐਡਾ ਭਰੋਸਾ ਸਾਨੂੰ ਹੋਣਾ ਚਾਹੀਦਾ, ਫਿਰ ਡੈਡੀਕੇਸ਼ਨ ਕਰਾਉਣ ਦਾ ਮਤਲਬ ਆ। ਤੇ ਨਹੀਂ ਤੇ ਇਹਨੂੰ ਪ੍ਰਥਾ ਦੇ ਵਿੱਚ ਲੈ ਕੇ ਅਸੀਂ ਕਦੇ ਵੀ ਨਾ ਕਰੀਏ। ਤੇ ਕੀ ਸਿਖਾਉਣਾ ਬੱਚੇ ਨੂੰ, ਪੜ੍ਹੀਏ ਫਿਰ ਦੁਆ ਕਰੀਏ। ਸਾਰੀ ਗੱਲ ਦੀ, ਕਿਸੇ ਵੀ ਗੱਲ ਦੀ ਚਿੰਤਾ ਪਹਿਲਾਂ ਉਹ ਪੜ੍ਹੋ। ਕਿਸੇ ਵੀ ਗੱਲ ਦੀ ਚਿੰਤਾ ਨਹੀਂ ਕਰਨੀ। ਅਸੀਂ ਆਪਣੀ ਜ਼ਿੰਦਗੀ ਵਿੱਚ ਇਸ ਨੂੰ ਲੈਣਾ ਆ ਤੇ ਨਾਲ ਆਪਣੇ ਬੱਚੇ ਨੂੰ ਵੀ ਸਿਖਾਉਣਾ। ਕਿਉਂਕਿ ਮੈਂ ਤੈਨੂੰ ਤੇਰੇ ਪਰਮੇਸ਼ਵਰ ਦੇ ਹਵਾਲੇ ਕੀਤਾ। ਹਾਂਜੀ ਅੱਗੇ। इसलिए मैं तुमसे कहता हूँ कि अपने प्राण के लिए ये चिंता ना ਆਪਣੇ ਪ੍ਰਾਣ ਦੇ ਲਈ ਵੀ ਕਹਿੰਦਾ ਚਿੰਤਾ ਨਹੀਂ ਕਰਨੀ। ਨੰਬਰ 1 ਤੇ ਚਿੰਤਾ ਨਹੀਂ ਕਰਨੀ। ਦੂਜਾ ਕੀ ਹੈ, ਆਪਣੇ ਪ੍ਰਾਣ ਦੇ ਲਈ ਵੀ ਚਿੰਤਾ ਨਹੀਂ ਕਰਨੀ। ਹਾਂਜੀ ਅੱਗੇ। कि हम क्या खाएंगे, ਕੀ ਖਾਵਾਂਗੇ, क्या पिएंगे, ਕੀ ਪੀਵਾਂਗੇ, और ना अपने शरीर के लिए ਨਾ ਆਪਣੇ ਸਰੀਰ ਦੇ ਲਈ कि क्या पहनेंगे। ਵੀ ਕੀ ਪਹਿਨਾਂਗੇ। ਇਹ ਚਿੰਤਾ ਜਦੋਂ ਅਸੀਂ ਇਸ ਨਿਯਮ ਦੇ ਵਿੱਚੋਂ ਦੀ ਨਿਕਲ ਰਹੇ ਹਾਂ, ਜਿਹਨੂੰ ਅਸੀਂ ਡੈਡੀਕੇਸ਼ਨ ਕਹਿੰਦੇ ਹਾਂ, ਜਿਹਨੂੰ ਅਸੀਂ ਕਹਿੰਦੇ ਅਸੀਂ ਪਰਮੇਸ਼ਰ ਨੂੰ ਸਮਰਪਿਤ ਕੀਤਾ, ਤੇ ਇਸ ਪ੍ਰੋਗਰਾਮ ਦੇ ਜਦੋਂ ਨਿਕਲ ਗਏ ਆ ਤੇ ਹੁਣ ਉਸ ਬਾਦਸ਼ਾਹ ਦੀ ਜ਼ਿੰਮੇਵਾਰੀ ਬਣ ਗਈ ਹੈ। ਤੇ ਉਹ ਬਾਦਸ਼ਾਹ ਸਾਨੂੰ ਕੀ ਭਰੋਸਾ ਦਿੰਦਾ ਆ, ਬਿਲਕੁਲ ਚਿੰਤਾ ਨਾ ਕਰੋ ਕੀ ਖਾਵਾਂਗੇ, ਕੀ ਪੀਵਾਂਗੇ ਤੇ ਕੀ ਪਹਿਨਾਂਗੇ। ਤੇ ਨਾਲ ਉਦਾਹਰਨ ਕੀ ਦਿੰਦਾ, ਪੜਾਂਗੇ। क्या प्राण भोजन से
हाँ जी और शरीर वस्त्र से बढ़कर नहीं। ਕੀ ਕਹਿੰਦਾ प्राण भोजन नालों ते शरीर वस्त्र नालों ਵੱਧ के नहींगा। हाँ जी अगे आकाश के पक्षियों को देखो, ਹੁਣ ਉਦਾਹਰਨ ਕੀ ਦਿੰਦਾ ਪਿਆ ਪਹਿਲਾਂ ਕਹਿੰਦਾ ਆਕਾਸ਼ ਦੇ ਪੰਛੀਆਂ ਨੂੰ ਦੇਖੋ वे ना बोते हैं, ਨਾ ਬੀਜਦੇ ਆ ना काटते हैं, ਨਾ ਕੱਟਦੇ ਆ ना खत्तों में बटोरते, ਨਾ ਬਟੋਰਦੇ ਆ फिर भी तुम्हारा स्वर्गीय पिता उनको खिलाता है। ਪੂਰੇ ਟਾਈਮ ਸਿਰ ਨਾ ਪੂਰੇ ਟਾਈਮ ਸਿਰ ਪਰਮੇਸ਼ਵਰ ਉਹਨਾਂ ਦੀ ਦੇਖਭਾਲ ਕਰਦਾ ਆ ਜਿਨ੍ਹਾਂ ਦੇ ਲਈ ਯੋਜਨਾ ਨਹੀਂ ਉਹ ਜਿਹੜੀ ਸਾਡੇ ਵਾਸਤੇ ਹੈ। ਉਹਨਾਂ ਦੇ ਲਈ ਉਹ ਯੋਜਨਾ ਨਹੀਂ ਜਿਹੜੀ ਸਾਡੇ ਵਾਸਤੇ ਹੈ ਤੇ ਜੇ ਉਹਨਾਂ ਦੇ ਲਈ ਵੀ ਉਹ ਇਹ ਸਭ ਕੁਝ ਕਰਦਾ ਆ ਤੇ ਸਾਡੇ ਲਈ ਜਿਹੜੀ ਏਡੀ ਵੱਡੀ ਯੋਜਨਾ ਆ ਤੇ ਫਿਰ ਸਾਡੇ ਲਈ ਇਸ ਤੋਂ ਵੱਧ ਕੇ ਕਿਉਂ ਨਾ ਕਰੂਗਾ। ਅੱਗੇ ਪੜਾਂਗੇ। क्या तुम उनसे अधिक मूल्य नहीं ਹੁਣ रखते? ਪਰਮੇਸ਼ਵਰ ਸਵਾਲ ਵੀ ਕਰਦਾ ਕਹਿੰਦਾ ਜੇ ਉਹਨਾਂ ਦਾ ਸਭ ਕੁਝ ਮੈਂ ਕਰਦਾ ਹਾਂ ਤੇ ਕੀ ਤੁਸੀਂ ਉਹਨਾਂ ਦੇ ਨਾਲੋਂ ਬਹੁਮੁੱਲੇ ਨੇਗੇ। ਹਾਂਜੀ तुम में कौन है जो चिंता करके अपनी आयु में एक घड़ी भी बढ़ा सकता है? ਹਾਂਜੀ ਹੁਣ ਦੱਸੋ ਜੀ ਵਧਾ ਸਕਦੇ ਜੀ। ਹਾਂਜੀ ਚਿੰਤਾ ਕਰਕੇ ਅਸੀਂ ਆਪਣੀ ਜ਼ਿੰਦਗੀ ਦਾ ਇੱਕ ਪਲ ਵੀ ਨਾ ਵਧਾ ਸਕਦੇ ਹਾਂ ਤੇ ਨਾ ਹੀ ਤੇ ਜਦੋਂ ਇਹ ਸਭ ਕੁਝ ਹੈਗਾ ਹੀ ਸ੍ਰਿਸ਼ਟੀਕਰਤਾ ਦੇ ਹੱਥ ਦੇ ਵਿੱਚ ਹੈ ਤੇ ਫਿਰ ਸਾਡਾ ਕੰਮ ਹੈਗਾ ਕਰਮ ਕਰੀਏ। ਅੱਗਿਓਂ ਸਾਰਾ ਸਿਸਟਮ ਉਹਦੇ ਉੱਤੇ ਛੱਡੀਏ ਉਹਨੇ ਕੀ ਕਰਨਾ ਹੈ ਤੇ ਉਹ ਜੋ ਕਰੂਗਾ ਕਦੇ ਗਲਤ ਕਰਦਾ ਇਸੇ ਲਈ ਉਹ ਈਸ਼ਵਰ ਹੈ। ਹਾਂਜੀ ਅੱਗੇ ਪੜਾਂਗੇ। और वस्त्र के लिए क्यों चिंता करते हो? ਨਾਲੇ ਕਹਿੰਦਾ ਵਸਤਰ ਦੇ ਲਈ ਕਾਹਲੀ ਚਿੰਤਾ ਕਰਦੇ ਆ। ਹਾਂਜੀ जंगली सोचनों पर ध्यान करो। ਇਹ ਦੇਖੋ ਵੀ ਹੁਣ ਜਿਹੜੇ ਅਸੀਂ ਫੁੱਲਾਂ ਨੂੰ ਦੇਖਦੇ ਆ ਉਹ ਆਰਟੀਫੀਸ਼ੀਅਲ ਆ ਨਾ ਕਿੰਨੀ ਖੂਬਸੂਰਤੀ ਹੈ। ਇਦਾਂ ਦਾ ਵਸਤਰ ਆਪਾਂ ਅਜੇ ਤੱਕ ਨਹੀਂ ਪਹਿਨਣਾ ਕਦੇ। ਹੁਣ ਉਦਾਹਰਨ ਦਿੰਦਾ ਉਹ ਵੀ ਇਹਨਾਂ ਨੂੰ ਪਰਮੇਸ਼ਵਰ ਨੇ ਇੰਨਾ ਵਧੀਆ ਢੰਗ ਦੇ ਨਾਲ ਨਿਖਾਰਿਆ ਤੇ ਪਹਿਰਾਵਾ ਪਵਾਇਆ ਆ ਵੀ ਸੁਲੇਮਾਨ ਵਰਗਾ ਬਾਦਸ਼ਾਹ ਵੀ ਆਪਣੀ ਪੂਰੀ ਸ਼ਾਨੋ ਸ਼ੌਕਤ ਦੇ ਵਿੱਚ ਇਹੋ ਜਿਹੀ ਚੀਜ਼ ਨਹੀਂ ਪਹਿਨ ਸਕਿਆ ਜਿੱਦਾਂ ਦੀ ਪਰਮੇਸ਼ਵਰ ਇਹ ਜੰਗਲੀ ਜਿਹੜੇ ਫੁੱਲ ਬੂਟੇ ਇਹਨਾਂ ਨੂੰ ਉਹ ਕਰ ਦਿੰਦਾ। ਹਾਂਜੀ ਅੱਗੇ जंगली सोचनों पर ध्यान करो कि वे कैसे बढ़ते हैं। बिल्कुल। वे ना तो परिश्रम करते ना काटते हैं। ਕੁਛ ਵੀ ਨਹੀਂ ਕਰਦੇ ਹਨ। तो भी मैं तुमसे कहता हूँ कि सुलेमान भी अपने सारे वैभव में उनमें से किसी के समान वस्त्र पहने हुए न ਉਦਾਂ ਦਾ ਕੋਈ ਵਸਤਰ ਨਹੀਂ ਪਹਿਨ ਸਕਿਆ ਸੁਲੇਮਾਨ ਵਰਗਾ ਬਾਦਸ਼ਾਹ ਵੀ। ਐਡਾ ਪ੍ਰੇਮੀ ਦਿਆਲੂ ਤੇ ਦਇਆ ਕਰਨ ਵਾਲਾ ਪਰਮੇਸ਼ਵਰ ਜਦੋਂ ਸਾਡੇ ਨਾਲ ਆ ਤੇ ਫਿਰ ਸਾਡਾ ਜਾਂ ਤੇ ਅਸੀਂ ਪੂਰਾ ਭਰੋਸਾ ਕਰੀਏ ਤੇ ਜਾਂ ਫਿਰ ਪੂਰਾ ਹੀ ਛੱਡ ਦਈਏ। ਜਾਂ ਤੇ ਪੱਕਾ ਭਰੋਸਾ ਕਰੀਏ ਵੀ ਉਹ ਕਰੂਗਾ ਤੇ ਜਾਂ ਫਿਰ ਬਿਲਕੁਲ ਹੀ ਛੱਡ ਦਈਏ। ਸੋ ਹੁਣ ਆ ਜਾਂਦੇ ਆ ਐਂਡ ਵਾਲੀ ਗੱਲ ਦੇ ਉੱਤੇ। ਕਹਿੰਦਾ ਵੀ ਅਸੀਂ ਹੁਣ ਕੀ ਕਰਨਾ ਆ। ਪਹਿਲਾਂ ਤੁਹਾਡਾ ਕੰਮ ਕੀ ਹੈ। ਪਹਿਲਾਂ ਕਹਿੰਦਾ ਉਹਦੇ ਧਰਮ ਤੇ ਰਾਜ ਦੀ ਖੋਜ ਕਰੋ। ਬੱਚੇ ਨੂੰ ਕੀ ਅਸੀਂ ਸਿਖਾਉਣਾ ਭਲਾ ਉਹਦੇ ਧਰਮ ਤੇ ਰਾਜ ਦੀ ਖੋਜ ਤੇ ਉਹਨੇ ਪ੍ਰੋਮਿਸ ਨਾਲ ਕਰ ਦਿੱਤਾ ਹੈ। ਕਹਿੰਦਾ ਆਹ ਚੀਜ਼ਾਂ ਦੇ ਬਾਰੇ ਤੁਹਾਨੂੰ ਨਾ ਤੇ ਮੇਰੇ ਅੱਗੇ ਹੱਥ ਅੱਡਣ ਦੀ ਜ਼ਰੂਰਤ ਆ ਨਾ ਤੁਹਾਨੂੰ ਇਹਨਾਂ ਚੀਜ਼ਾਂ ਦੀ ਪ੍ਰਾਰਥਨਾ ਕਰਨ ਦੀ ਜ਼ਰੂਰਤ ਆ। ਇਹ ਤੁਹਾਨੂੰ ਬਿਨਾਂ ਮੰਗੇ ਤੋਂ ਮੈਂ ਦਿਆਂਗਾ। ਪਰ ਤੁਹਾਡਾ ਕੰਮ ਕੀ ਹੈ ਤੁਸੀਂ ਸਿਰਫ ਉਹਦੇ ਧਰਮ ਨੂੰ ਪਾਲੋ। ਆਪਣੇ ਆਪ ਨੂੰ ਐਸਾ ਬਣਾਓ ਕਿ ਤੁਸੀਂ ਉਹਦੇ ਧਰਮ ਦੇ ਕੰਮਾਂ ਦੇ ਵਿੱਚ ਲੱਗੇ ਰਹੋ। ਬਸ ਤੁਹਾਡਾ ਕੰਮ ਇੰਨਾ ਕਿਹਾ। ਬਾਕੀ ਤੁਹਾਨੂੰ ਸਮੇਂ ਸਿਰ ਹਰ ਚੀਜ਼ ਮਿਲੂਗੀ। ਇਹ ਮੇਰਾ ਵਾਅਦਾ ਹੈ। ਤੇ ਅੱਜ ਅਸੀਂ ਚਰਚਾਂ 'ਚ ਕੀ ਦੇਖਦੇ ਹਾਂ ਭਲਾ ਲੋਕੀ ਪ੍ਰਾਰਥਨਾ ਵੀ ਵਿਚਾਰੇ ਇਹਨਾਂ ਕੰਮਾਂ ਨੂੰ ਕਰਾਉਣ ਜਾਂਦੇ ਆ। ਚਰਚਾਂ ਦੇ ਵਿੱਚ ਜਾਂਦੇ ਜਿਹੜੀਆਂ ਭੀੜਾਂ ਹੀ ਦੇਖਦੇ ਕੱਲ੍ਹ ਹੀ ਇਹਨਾਂ ਕੰਮਾਂ ਲਈ ਆ। ਉੱਥੇ ਚੱਲਦੇ ਜੀ ਉੱਥੇ ਪਾਦਰੀ ਪ੍ਰਾਰਥਨਾ ਕਰਦਾ ਸਭ ਕੁਝ ਹੋ ਜਾਂਦਾ ਹੈ ਨਾ। ਇਸ ਕਰਕੇ ਸਾਡੇ ਕੋਈ ਨਾ ਕਹਿੰਦੇ ਉਹਨੇ ਪ੍ਰਾਰਥਨਾ ਕਰਨੀ ਨਹੀਂ ਤੇ ਇਹ ਵੀ ਡਰਦੇ ਨੇ ਕਹਿੰਦੇ ਕਿਤੇ ਉਲਟੀ ਨਾ ਕਰ ਦੇਵੇ। ਇਹਦਾ ਜਿਹੜਾ ਹੈਗਾ ਕਿਤੇ ਮਾਰ ਦੂਜੇ ਪਾਦਰੀਆਂ ਕੋਲ ਮਿਲਿਆ ਉਹ ਵੀ ਨਾ ਜਾਂਦਾ ਲੱਗੇ ਨਾ। ਸੋ ਵਚਨ ਕਹਿੰਦਾ ਵੀ ਤੁਸੀਂ ਧਰਮ ਤੇ ਰਾਜ ਦੀ ਖੋਜ ਕਰੋ। ਇਹਨਾਂ ਚੀਜ਼ਾਂ ਦੇ ਚਿੰਤਾ ਨਾ ਕਰੋ। ਇਹ ਤੇ ਉਹ ਜਿਹੜੇ ਨਾਸਤਿਕ ਲੋਕ ਆ ਉਹ ਇਹਨਾਂ ਚੀਜ਼ਾਂ ਦੀ ਚਿੰਤਾ ਕਰਨ। ਜੇ ਤੁਸੀਂ ਆਪਣੇ ਪਰਮੇਸ਼ਰ ਨੂੰ ਪਹਿਚਾਣ ਲਿਆ ਤੇ ਤੁਹਾਨੂੰ ਸਮੇਂ ਸਿਰ ਇਹ ਮੁਹੱਈਆ ਕਰੂਗਾ। ਇਹ ਚੀਜ਼ਾਂ ਜਦੋਂ ਅਸੀਂ ਬੱਚੇ ਨੂੰ ਬਚਪਨ ਤੋਂ ਸਿਖਾ ਲਾਂਗੇ ਤੇ ਜੋ ਕੁਝ ਬਚਪਨ ਦੇ ਵਿੱਚ ਬੱਚੇ ਦੇ ਵਿੱਚ ਅਸੀਂ ਭਰ ਦਿੱਤਾ ਉਹ ਉਹਦੇ ਐਂਡ ਦੇ ਸਾਹ ਤੱਕ ਉਹਦੇ ਨਾਲ ਰਹੇਗਾ ਤੇ ਕਦੇ ਭੁੱਲੇਗਾ ਨਹੀਂ। ਕਦੇ ਵੀ ਭੁੱਲ ਸਕਦਾ ਇਹ ਚੀਜ਼ਾਂ। ਬੱਚਾ ਸ਼ੁਰੂ ਤੋਂ ਬਚਪਨ ਤੋਂ ਦੇਖਦਾ ਤੇ ਉਹਨੂੰ ਕਦੇ ਭੁੱਲਦੀਆਂ ਨਹੀਂ ਆ। ਸੋ ਇਹਨਾਂ ਚੀਜ਼ਾਂ ਦੇ ਨਾਲ ਅਸੀਂ ਸਿਖਾਉਣਾ ਤੇ ਲਿਖਿਆ ਵੀ ਹੰਨਾ ਨੇ ਕਿਹਾ ਇਹ ਉਹੀ ਬੱਚਾ ਆ ਜਿਹੜਾ ਪਰਮੇਸ਼ਵਰ ਨੇ ਮੈਨੂੰ ਦਿੱਤਾ ਜਿਹਦੇ ਲਈ ਮੈਂ ਪਰਮੇਸ਼ਵਰ ਤੋਂ ਮੰਗ ਕੀਤੀ ਸੀਗੀ ਤੇ ਹੁਣ ਮੈਂ ਉਹ ਬੱਚਾ ਪਰਮੇਸ਼ਵਰ ਨੂੰ ਹੀ ਅਰਪਣ ਕਰਦੀ ਹਾਂ। ਤੇ ਹੰਨਾ ਫਿਰ ਉਸ ਬੱਚੇ ਨੂੰ ਪਰਮੇਸ਼ਵਰ ਦੇ ਘਰ ਪਰਮੇਸ਼ਵਰ ਦੇ ਸਪੁਰਦ ਕਰ ਗਈ
ਤੇ ਉਹ ਬੱਚਾ ਜਿਹਨੂੰ ਪਰਮੇਸ਼ਵਰ ਦੇ ਸਪੁਰਦ ਕੀਤਾ ਗਿਆ ਤੇ ਪਰਮੇਸ਼ਵਰ ਦੀ ਰਹਿਨਮਾਈ ਦੇ ਵਿੱਚ ਪਲ ਕੇ ਜਵਾਨ ਹੋਇਆ, ਉਹ ਬੱਚਾ ਬਾਈਬਲ ਦਾ ਪਰਫੈਕਟ ਨਬੀ ਬਣਿਆ। ਇਹ ਹੁਣ ਅਸੀਂ ਫੈਸਲਾ ਕਰਨਾ ਆ, ਸਾਡਾ ਬੱਚਾ ਪਰਮੇਸ਼ਵਰ ਦੀ ਨਜ਼ਰ ਦੇ ਵਿੱਚ ਪਰਫੈਕਟ ਬਣੇ ਜਾਂ ਕਿ ਦੁਨੀਆ ਦਾ ਇੱਕ ਬਹੁਤ ਵੱਡਾ ਡਾਕਟਰ ਇੰਜੀਨੀਅਰ ਬਣੇ। ਇਹ ਅਸੀਂ ਦੇਖਣਾ ਹੈ। ਉਹ ਕੁਛ ਵੀ ਬਣੇ ਪਰ ਉਹਦੇ ਵਿੱਚ ਧਾਰਮਿਕਤਾ ਪਰਮੇਸ਼ਵਰ ਦੀ ਨਜ਼ਰ ਆਉਣੀ। ਉਹ ਇੰਜੀਨੀਅਰ ਦਾ ਹੋਵੇ ਬਣੇ ਤੇ ਕੱਲ੍ਹ ਨੂੰ ਸੀਮਿੰਟ ਬਜਰੀ ਰੇਤਾ ਖਾਣ ਵਾਲਾ ਨਾ ਹੋਵੇ, ਕੱਲ੍ਹ ਨੂੰ ਕਮਿਸ਼ਨਾਂ ਖਾਣ ਵਾਲਾ ਨਾ ਹੋਵੇ। ਉਹ ਡਾਕਟਰ ਬਣੇ ਤੇ ਜੋ ਅੱਜ ਅਸੀਂ ਦੇਖਦੇ ਹਾਂ ਦੁਨੀਆ ਵਿੱਚ ਇਹਨਾਂ ਦਿਨਾਂ ਵਿੱਚ ਜੋ ਹੋਇਆ, ਐਸਾ ਕਾਫਰ ਡਾਕਟਰ ਨਾ ਬਣੇ। ਉਹਦੇ ਵਿੱਚ ਪਰਮੇਸ਼ਵਰ ਦਾ ਭੈ ਹੋਵੇ, ਉਹਨੂੰ ਜਿਹੜੀ ਵੀ ਜ਼ਿੰਮੇਵਾਰੀ ਇਸ ਸੰਸਾਰ ਦੇ ਵਿੱਚ ਮਿਲੇ ਉਹਦੇ ਵਿੱਚ ਵੀ ਆਪਣੇ ਪਰਮੇਸ਼ਵਰ ਦੇ ਨਾਮ ਨੂੰ ਰੋਸ਼ਨ ਕਰਨ ਵਾਲਾ ਹੋਣਾ ਚਾਹੀਦਾ। ਇਹਨੂੰ ਕਹਿੰਦੇ ਸਮਰਪਣ ਕਰਨਾ, ਕਿ ਅਸੀਂ ਪਰਮੇਸ਼ਵਰ ਦੀ ਰਜ਼ਾ ਦੇ ਵਿੱਚ ਅੱਜ ਤੋਂ ਇਸ ਬੱਚੇ ਦੀ ਪਰਵਰਿਸ਼ ਕਰਾਂਗੇ। ਆਪਣੀਆਂ ਅੱਖਾਂ ਨੂੰ ਬੰਦ ਕਰਦੇ ਹਾਂ, ਸਿਰਾਂ ਝੁਕਾਉਂਦੇ ਹਾਂ, ਪ੍ਰਾਰਥਨਾ ਕਰਦੇ ਹਾਂ। ਪਿਆਰੇ ਖੁਦਾ ਤੇਰਾ ਧੰਨਵਾਦ ਕਰਦੇ ਹਾਂ ਤੇਰੀ ਦਇਆ ਤੇਰੀ ਮੁਹੱਬਤ ਦੇ ਵਾਸਤੇ, ਅੱਜ ਦੀ ਇਸ ਸ਼ਾਮ ਦੇ ਵਾਸਤੇ। ਖਾਸ ਕਰਕੇ ਫਿਰ ਉਸ ਬੱਚੇ ਦੇ ਤੁਹਾਡਾ ਧੰਨਵਾਦ ਕਰਦੇ ਹਾਂ ਜਿਹਦੇ ਕਾਰਨ ਅੱਜ ਤੁਹਾਡਾ ਵਚਨ ਸੁਣਾਉਣ ਦਾ ਮੌਕਾ ਮਿਲਿਆ ਖੁਦਾਵੰਦ। ਔਰ ਜਿੰਨੀਆਂ ਵੀ ਜ਼ਿੰਦਗੀਆਂ ਨੇ ਤੁਹਾਡੇ ਵਚਨ ਨੂੰ ਸੁਣਿਆ, ਤੁਹਾਡਾ ਵਚਨ ਹਰੇਕ ਜ਼ਿੰਦਗੀ 'ਚ ਵੱਸ ਜਾਵੇ ਔਰ ਹਰੇਕ ਜ਼ਿੰਦਗੀ ਇਸ ਵਚਨ ਨੂੰ ਪੂਰਾ ਕਰਨ ਵਾਲੀ ਹੋਵੇ। ਤੁਹਾਡੀ ਦਇਆ ਨੂੰ ਮੰਗ ਲੈਂਦੇ ਹਾਂ ਮਸੀਹ ਯਿਸੂ ਦੇ ਨਾਮ ਦੇ ਵਿੱਚ, ਆਮੀਨ। ਹੁਣ ਸਾਡੇ ਖੁਦਾ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦੀ ਮੁਹੱਬਤ, ਪਾਕ रूह ਦੀ ਸੰਗਤ ਹੁਣ ਤੋਂ ਲੈ ਕੇ ਹਮੇਸ਼ਾ ਤੱਕ ਉਹਦੇ ਤਮਾਮ ਲੋਕਾਂ ਦੇ ਨਾਲ ਬਣੀ ਰਵੇ, ਆਮੀਨ। ਹਾਲੇਲੂਇਆ।